ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਇੱਕ ਨਜ਼ਰ। ਮੈਂ ਹਾਂ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ। ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਰੋਜ਼ ਕਰੋਨਾ ਬਾਰੇ ਗੱਲ ਕਰਦੇ ਹਾਂ, ਕੀ ਮਾਹੌਲ ਆ ਪੂਰੇ ਸਾਡੇ ਆਸ-ਪਾਸ ਇਸ ਮਹਾਮਾਰੀ ਨੂੰ ਲੈ ਕੇ, ਤੇ ਕੀ ਪ੍ਰਸ਼ਾਸਨ ਕਰ ਰਿਹਾ ਤੇ ਕੀ ਸਾਡੇ ਸ਼ਹਿਰ ਵਾਸੀ ਜਾਂ ਇਲਾਕਾ ਨਿਵਾਸੀ ਦੀਆਂ ਜਿਹੜੀਆਂ ਨੇ ਜ਼ਰੂਰਤਾਂ ਨੇ ਉਹ ਗੱਲਾਂ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਾਂ। ਤੇ ਹੋਰ ਵੀ ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ। ਉੱਥੇ ਹੀ ਅੱਜ ਬੜਾ ਅਹਿਮ ਦਿਹਾੜਾ ਆ। ਅੱਜ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ, ਜਿਹਦੇ ਸੰਬੰਧ ਦੇ ਵਿੱਚ ਜਿਹੜੀ ਆ ਅੱਜ ਅਸੀਂ ਗੱਲ ਕਰਾਂਗੇ। ਤੇ ਕਿਹੜੀਆਂ ਚੀਜ਼ਾਂ ਇਸ ਮੌਕੇ ਦੇ ਉੱਤੇ ਹੋਣੀਆਂ ਚਾਹੀਦੀਆਂ ਸੀ ਜੋ ਨਹੀਂ ਹੋਈਆਂ, ਉਹਦੇ 'ਤੇ ਵੀ ਗੱਲ ਕਰਾਂਗੇ। ਅਗਰ ਤੁਹਾਡੇ ਕੋਲ ਵੀ ਕੋਈ ਸ਼ਬਦ ਹੋਣ ਇਸ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਤਾਂ ਤੁਸੀਂ ਵੀ ਸਾਨੂੰ ਕਾਲ ਕਰਕੇ ਜਿਹੜੀ ਆ ਕੁਛ ਵੀ ਆਪਣੇ ਜਿਹੜੀ ਆ ਬੇਸ਼ੱਕ ਗੁਰੂ ਮਹਾਰਾਜ ਦੀ ਵਿਸ਼ੇਸ਼ ਜਾਣਕਾਰੀ ਦੇ ਦਿਓ। ਗੁਰੂ ਮਹਾਰਾਜ ਦੀ ਜ਼ਿੰਦਗੀ ਤੇ ਤੁਸੀਂ ਚਾਨਣਾ ਪਾ ਸਕਦੇ ਹੋ। ਤੇ ਪਹਿਲਾਂ ਅੱਜ ਦੀ ਰਿਪੋਰਟ ਤੇ ਜੇਕਰ ਸਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਕਰੋਨਾ ਦਾ ਕਹਿਰ ਆ ਕੱਲ ਤੋਂ ਫਿਰ ਤੋਂ ਜਿਹੜਾ ਜਾਰੀ ਹੋ ਚੁੱਕਾ। 35 ਕੇਸ ਜਿਹੜੇ ਇਕੱਠੇ ਉਹ ਸਾਹਮਣੇ ਆ ਰਹੇ ਨੇ, ਹਨਾ। ਤੇ 2215 ਜਿਹੜੇ ਕੁੱਲ ਪੀੜਤ ਉਹ ਸਾਹਮਣੇ ਆਏ ਨੇ। ਹੁਣ ਤੱਕ 46 ਮੌਤਾਂ ਹੋ ਚੁੱਕੀਆਂ ਨੇ। ਤੇ ਜਿਹੜੇ ਨਵੇਂ ਕੇਸ ਆਏ ਨੇ ਉਹ 34 ਨਵੇਂ ਕੇਸ ਆਏ ਨੇ। ਜਲੰਧਰ ਦੇ ਵਿੱਚ ਜਿਹੜੇ 4 ਨਵੇਂ ਕੇਸ ਆਏ ਨੇ, ਤੇ ਮਤਲਬ ਟੋਟਲ ਜਿਹੜੇ 34 ਕੇਸ ਆਏ ਨੇ, ਉਹਨਾਂ ਦੇ ਵਿੱਚ ਜਲੰਧਰ ਦੇ 4 ਕੇਸ ਨੇ। ਤੇ 17 ਮਰੀਜ਼ ਇਦਾਂ ਦੇ ਨੇ ਜਿਹੜੇ ਕਿ ਇੱਕ ਹੀ ਪਰਿਵਾਰ ਦੇ ਨਾਲ ਸੰਬੰਧਿਤ ਨੇ, ਮਤਲਬ ਉਹਨਾਂ ਦੀ 4 ਫੈਮਲੀਆਂ ਆ, ਉਹਨਾਂ ਦੇ ਨਾਲ ਸੰਬੰਧਿਤ ਨੇ ਉਹ 17 ਮਰੀਜ਼, ਹਨਾ। ਤੇ 1960 ਮਰੀਜ਼ ਜਿਹੜੇ ਠੀਕ ਹੋ ਚੁੱਕੇ ਨੇ। ਪਰ ਜਿਹੜਾ ਕਰੋਨਾ ਦਾ ਪ੍ਰਕੋਪ ਰੁਕਣ ਤੋਂ ਬਾਅਦ ਇੱਕਦਮ 1-2 ਦਿਨ ਦੇ ਵਿੱਚ ਅੰਕੜਾ ਜਿਹੜਾ ਤੇਜ਼ੀ ਨਾਲ ਵਧਣਾ, ਇੱਕ ਦਿਨ ਦਾ ਜਿਹੜੇ ਅਸੀਂ ਅੰਕੜੇ ਦੀ ਗੱਲ ਕਰਦੇ ਹਾਂ, ਬੇਸ਼ੱਕ ਜਿਹੜਾ ਟੋਟਲ ਅੰਕੜਾ ਉਹ ਸਾਨੂੰ ਹਜੇ ਘੱਟ ਲੱਗ ਰਿਹਾ ਬਾਕੀ ਦੇਸ਼ਾਂ ਦੇ ਰਿਕਾਰਡਿੰਗ, ਪਰ ਜਿਹੜਾ ਇੱਕ ਦਿਨ ਦੇ ਵਿੱਚ ਇੰਨਾ ਅੰਕੜਾ ਵੱਧ ਰਿਹਾ ਉਹ ਥੋੜਾ ਜਿਹਾ ਜਿਹੜਾ ਕਹਿ ਲਓ ਕਿ ਖਤਰੇ ਦੀ ਘੰਟੀ ਵੱਲ ਸਾਨੂੰ ਸੁਨੇਹਾ ਦੇ ਰਿਹਾ। ਤੇ ਇਹ ਜਿਹੜਾ ਵਧਣਾ ਨਹੀਂ ਚਾਹੀਦਾ, ਕਿਉਂਕਿ ਜੇਕਰ ਲੋਕਡਾਊਨ ਦੇ ਵਿੱਚ ਸਾਨੂੰ ਖੁੱਲ੍ਹ ਮਿਲੀ ਆ ਤਾਂ ਫਿਰ ਅਸੀਂ ਨਿਯਮਾਂ ਨੂੰ ਲਾਗੂ ਜਿਹੜਾ ਕਰਨਾ ਉਹ ਜ਼ਰੂਰੀ ਆ। ਡਿਸਟੈਂਸ ਬਣਾ ਕੇ ਰੱਖਣਾ, ਜਿੰਨਾ ਹੋ ਸਕੇ ਉਹਨਾਂ ਡਿਸਟੈਂਸ ਜਿਹੜਾ ਉਹ ਬਣਾ ਕੇ ਰੱਖਣਾ। ਤੇ ਸਰ ਉੱਥੇ ਜਿਹੜੀ ਮੇਨ ਖਬਰ ਇਸ ਸਮੇਂ ਦੀ ਆ ਰਹੀ ਹੈ ਲੁਧਿਆਣਾ ਤੋਂ, ਜਿਹੜੇ ਆਰਪੀਐਫ ਦੇ ਜਵਾਨ ਤੇ ਨਾਲ ਦੀ ਨਾਲ ਜਿਹੜੇ ਸਟੇਸ਼ਨ ਦੇ ਅਧਿਕਾਰੀ ਨੇ ਉਹ ਕਰੋਨਾ ਪੋਜ਼ਿਟਿਵ ਆਏ ਨੇ। ਮਤਲਬ ਦੇਖੋ ਟ੍ਰੇਨ ਚਲਦੀਆਂ ਨੂੰ ਹਜੇ ਕਿੰਨੇ ਦਿਨ ਹੋਏ ਆ, ਤੇ ਨਾਲ ਦੀ ਨਾਲ ਇਹ ਜਿਹੜੀਆਂ ਨੇ ਮੈਂ ਕਹਿੰਦਾ ਜਿਹੜੇ ਵਾਇਰਸ ਆ ਉਹ ਫੈਲਣਾ ਸ਼ੁਰੂ ਹੋ ਗਿਆ, ਹਨਾ। ਤੁਸੀਂ ਦੇਖੋ ਉਹ ਕਿੰਨੇ ਜਾਣਿਆਂ ਦੇ ਸੰਪਰਕ ਵਿੱਚ ਆਏ ਹੋਣਗੇ, ਜਾਂ ਫਿਰ ਕੋਈ ਇਦਾਂ ਦਾ ਮਜ਼ਦੂਰ ਨਾ ਹੋਵੇ ਜਿਹਨੂੰ ਕਰੋਨਾ ਵਾਇਰਸ ਹੋਵੇ ਤਾਂ ਉਹਦੀ ਲਪੇਟ ਵਿੱਚ ਉਹ ਆਏ ਹੋਣਗੇ। ਉਹਦੇ ਵਿੱਚ ਮਨਪ੍ਰੀਤ ਇੱਕ ਗੱਲ ਤੁਸੀਂ ਇਹ ਦੇਖੋ ਕਿ ਜਿਹੜੇ ਬਾਕੀ ਡਿਊਟੀ ਕਰਦੇ ਨੇ ਜੀ, ਉਹਨਾਂ ਦੇ ਮਨ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਜਦੋਂ ਡਰ ਪੈਦਾ ਹੋ ਜਾਂਦਾ, ਤੇ ਉਹ ਕਈ ਵੀ ਡਿਊਟੀ ਕਰਨ ਤੋਂ ਆਪਣੇ ਆਪ ਨੂੰ ਬਚਾ ਕੇ ਜ਼ਿਆਦਾ ਰੱਖਣਗੇ। ਇਸ ਕਰਕੇ ਮਨ ਦੇ ਵਿੱਚ ਕੋਈ ਵੀ ਇਨਸਾਨ ਹੋਵੇ, ਸਾਡੇ ਵੀ ਮਨ ਦੇ ਵਿੱਚ ਡਰ ਆਊਗਾ, ਤੁਹਾਡੇ ਵੀ ਆਊਗਾ, ਕਿਸੇ ਦੇ ਵੀ ਆਊਗਾ ਨਾ, ਉਹਨੂੰ ਬਚਾ ਕੇ ਰੱਖਣਗੇ। ਉਹ ਪ੍ਰੋਪਰ ਤੌਰ ਤੇ ਬੰਦਾ ਆਪਣੀ ਡਿਊਟੀ ਹੀ ਨਹੀਂ ਕਰ ਪਾਉਂਦਾ, ਤੇ ਲੇਕਿਨ ਡਿਊਟੀ ਉਹਨਾਂ ਨੂੰ ਫਿਰ ਵੀ ਦੇਣੀ ਪੈਣੀ ਆ। ਤੇ ਫਿਰ ਇੰਨੇ ਰਿਸਕ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਜਾ ਕੇ ਤਰ੍ਹਾਂ ਦੇ ਬੰਦੇ ਆਉਂਦੇ ਨੇ ਜਿਹਨਾਂ ਨੂੰ ਮਿਲਣਾ। ਹੁਣ ਫਲਾਈਟਾਂ ਸ਼ੁਰੂ ਹੋ ਗਈਆਂ, ਉੱਥੇ 에ਅਰਪੋਰਟ ਤੇ ਵੀ ਇਹ ਪੋਜੀਸ਼ਨ ਹੋਏਗੀ ਕਿ ਤੁਸੀਂ ਜਦੋਂ ਸਕਰੀਨਿੰਗ ਕਰਦੇ ਜਾਂ ਹੋਰ ਬਹੁਤ ਕੁਝ ਕਰਦੇ ਆ, ਜਿੱਥੇ ਹਰੇਕ ਥਾਂ ਦੇ ਉੱਤੇ ਇੰਨੇ ਯਾਤਰੀ ਆਉਂਦੇ ਨੇ ਅਲੱਗ-ਅਲੱਗ ਥਾਂ ਤੋਂ, ਉਹਨਾਂ ਨੂੰ ਤੁਸੀਂ ਮਿਲਦੇ ਆ। ਤੇ ਮਤਲਬ ਜਿਹੜੀ ਜਲੰਧਰ ਦੀ ਗੱਲ ਆ, ਉੱਥੇ ਇੱਕ ਗੱਲ ਦੇਖੋ ਤੁਸੀਂ ਕਿ ਜ਼ਿਆਦਾਤਰ ਜਿਹੜੇ ਕੇਸ ਆਏ ਨੇ, ਜੇ ਕੱਲ 16 ਕੇਸ ਆਏ ਆ, ਹਨਾ, ਤਾਂ ਉਹ ਜ਼ਿਆਦਾਤਰ ਉਹ ਆਏ ਨੇ ਜਿਹੜੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਏ ਨੇ, ਜਿਹੜੇ ਉੱਥੇ ਲੋਕਲ ਕਰੋਨਾ ਦੇ ਪੇਸ਼ੈਂਟ ਸੀ ਉਹਨਾਂ ਦੇ ਸੰਪਰਕ ਵਿੱਚ ਆਏ ਨੇ। ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਜ਼ਿਆਦਾ ਟੈਨਸ਼ਨ ਵਾਲੀ ਗੱਲ ਆ ਕਿ ਜੇ ਆਪਸ ਦੇ ਵਿੱਚ ਜਿਹੜੇ ਕਿਸੇ ਤੋਂ ਬਾਹਰੋਂ ਨਹੀਂ ਆਇਆ, ਕੋਈ ਵਿਦੇਸ਼ ਚੋਂ ਨਹੀਂ ਆਇਆ, ਕਿਸੇ ਹੋਰ ਪ੍ਰਦੇਸ਼ ਚੋਂ ਨਹੀਂ ਆਇਆ, ਨਹੀਂ ਤਾਂ ਹੁੰਦਾ ਸੀ ਕਿ ਅੱਗੇ ਜਦੋਂ ਇੱਕਦਮ ਕੇਸ ਆਏ ਸੀਗੇ ਕਿ ਬੇਸ਼ੱਕ ਉਹ ਸ਼ਰਧਾਲੂ ਸੀ ਜਾਂ ਬਾਹਰਲੇ ਦੇਸ਼ਾਂ ਵਿੱਚੋਂ ਆਏ ਸੀ, ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ, ਉਹ ਕਿਸੇ ਦੇ ਟੱਚ ਵਿੱਚ ਨਹੀਂ ਆਏ ਤਾਂ ਉੱਥੇ ਦੇ ਉੱਥੇ ਰੁਕਣ ਦੇ ਕਿਹੜੇ ਚਾਂਸਸ ਸੀ। ਲੇਕਿਨ ਇਹ ਜਿਹੜੀ ਜਲੰਧਰ ਦੀ ਚੇਨ ਆ, ਖਾਸ ਕਰ ਜਲੰਧਰ ਦੀ ਚੇਨ, ਇਹ ਟੁੱਟਣ ਦਾ ਨਾਮ ਨਹੀਂ ਲੈ ਰਹੀ। ਇਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਵੱਲੋਂ ਜਿਹੜਾ ਆ ਇਹ ਸਪਰੈਡ ਹੋ ਰਿਹਾ ਉੱਥੇ। ਬਿਲਕੁਲ। ਤੇ ਸਰ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਹਾਲਾਤ ਇਦਾਂ ਦੇ ਬਣੇ ਹੋਏ ਨੇ। ਜਿਹੜੀ ਬਾਪੂ ਧਾਮ ਕਲੋਨੀ ਆ, ਕਹਿ ਲਓ ਕਿ ਇੱਕ ਗੜ੍ਹ ਹੀ ਬਣੀ ਹੋਈ ਆ ਪ੍ਰੋਪਰ ਤਰੀਕੇ ਦੇ ਨਾਲ। ਜਿਹੜੇ ਚੰਡੀਗੜ੍ਹ ਬਾਕੀ ਇਲਾਕਿਆਂ ਵਿੱਚ ਕੇਸ ਬਹੁਤ ਘੱਟ ਆ ਰਹੇ ਨੇ, ਤੇ ਜਿਹੜੀ ਬਾਪੂ ਧਾਮ ਕਲੋਨੀ ਆ ਉੱਥੇ ਜਿਹੜੇ ਕਹਿ ਲਓ ਕਿ ਕੇਸ ਦਿਨੋਂ ਦਿਨ ਇੰਨੇ ਜ਼ਿਆਦਾ ਆ ਰਹੇ ਨੇ ਕਿ ਜਿਹੜਾ ਇੱਕ ਹੁਣ 1.5 ਸਾਲ ਦੇ ਬੱਚੇ ਸਮੇਤ 3 ਲੋਕ ਹੋਰ ਜਿਹੜੇ ਉੱਥੇ ਪੋਜ਼ਿਟਿਵ ਆਏ ਨੇ। ਤੁਸੀਂ ਦੇਖੋ ਉੱਥੇ 279 ਕੇਸ ਜਿਹੜੇ ਮਤਲਬ ਚੱਲ ਰਹੇ ਨੇ, ਹਨਾ, ਤਾਂ ਉਹਨਾਂ ਦੇ ਵਿੱਚੋਂ 88 ਐਕਟਿਵ ਨੇ,
ਨੇ, ਬਾਕੀ ਠੀਕ ਵੀ ਹੋ ਚੁੱਕੇ ਨੇ, 1-2 ਜਿਹੜੀਆਂ ਮੌਤਾਂ ਵੀ ਹੋਈਆਂ ਨੇ। ਪਰ ਤੁਸੀਂ ਇਹ ਦੇਖੋ ਕਿ ਇੱਕੋ ਹੀ ਜਿਹੜੀ ਕਲੋਨੀ ਆ ਉਹ ਕਰੋਨਾ ਦਾ ਗੜ ਬਣੀ ਹੋਈ ਹੈ। ਮਤਲਬ ਇੰਨਾ ਕਹ ਲੋ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਉੱਥੇ ਪ੍ਰੋਪਰ ਤਰੀਕੇ ਨਾਲ ਜਿਹੜਾ ਕਿ ਸੀਲ ਕੀਤਾ ਗਿਆ ਉਸ ਕਲੋਨੀ ਨੂੰ, ਹਨਾ, ਤੇ ਫਿਰ ਵੀ ਇਹ ਜਿਹੜੀ ਚੇਨ ਆ ਉਹ ਕਿਵੇਂ ਬਣੀ ਜਾ ਰਹੀ ਹੈ ਬਾਰ-ਬਾਰ। ਲੋਕ ਹੈ ਨਾ ਜਿਹੜੇ ਨੇ ਉਹ ਪਰਵਾਹ ਨਹੀਂ ਕਰਦੇ, ਬਿਲਕੁਲ, ਫਿਰ ਵੀ ਇੱਕ ਦੂਜੇ ਨੂੰ ਮਿਲਣਾ ਜਾਂ ਇਹ ਕਹਿ ਲਈਏ ਕਿ ਕਿਸੇ ਦੁਕਾਨਾਂ ਤੇ ਇਕੱਠੇ ਹੋਣਾ ਜਾਂ ਹੋਰ ਕਿਸੇ ਵੀ ਢੰਗ ਦੇ ਨਾਲ, ਜੇ ਸਪੋਜ਼ ਕਰ ਲਓ ਕਹਿੰਦਾ ਸਾਡਾ ਏਰੀਆ ਸੀਲ ਆ ਹਨਾ, ਤਾਂ ਆਪਾਂ ਦੂਜੇ ਏਰੀਆ ਦੇ ਵਿੱਚ ਜਾ ਕੇ ਸ਼ਾਪਿੰਗ ਕਰ ਆਈਏ ਜਾਂ ਸਮਾਨ ਲੈ ਆਈਏ ਹਨਾ, ਉੱਥੇ ਚੱਲ ਜਾਂਦੇ ਆ ਤੇ ਉੱਥੋਂ ਨਿਕਲ ਕੇ ਜਿਹੜਾ ਬੰਦਾ ਗਿਆ ਆ, ਜੇ ਬਾਈ ਚਾਂਸ ਉਹ ਖੁਦ ਪੋਜ਼ਿਟਿਵ ਆ ਨਾ, ਤਾਂ ਉਹ ਕਿੰਨੇ ਬੰਦਿਆਂ ਨੂੰ ਪੋਜ਼ਿਟਿਵ ਕਰਕੇ ਆਏਗਾ। ਤੁਸੀਂ ਦੇਖੋ ਅੱਜ ਉੱਥੇ 4 ਕੇਸ ਪੋਜ਼ਿਟਿਵ ਆਏ ਨੇ, ਹਨਾ, ਬਾਪੂ ਧਾਮ ਕਲੋਨੀ ਚ ਕੱਲ 14 ਇਕੱਠੇ ਕੇਸ ਜਿਹੜੇ ਪੋਜ਼ਿਟਿਵ ਆਏ ਨੇ। ਮਤਲਬ ਇਸ ਤਰੀਕੇ ਨਾਲ ਜੇ ਅੰਕੜਾ ਵੱਧਦਾ ਗਿਆ ਤਾਂ ਫਿਰ ਅਸੀਂ ਬਹੁਤ ਜਲਦੀ ਕਹ ਲੋ ਕਿ ਵੱਡੇ ਅੰਕੜੇ ਤੱਕ ਪਹੁੰਚ ਸਕਦੇ ਹਾਂ। ਜਿਹੜੀ ਕੈਪਟਨ ਸਾਹਿਬ ਨੇ ਗੱਲ ਕਹੀ ਸੀ, ਸੀਐਮ ਸਾਹਿਬ ਨੇ, ਕਿ ਜਿਹੜਾ ਜੁਲਾਈ ਅਗਸਤ ਜਿਹੜਾ ਆ ਇਹ ਕਰੋਨਾ ਪੀਕ ਤੇ ਹੋਏਗਾ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਹੈ ਕਿਤੇ ਅਸੀਂ ਉਧਰ ਤਾਂ ਨਹੀਂ ਜਾ ਰਹੇ। ਬਿਲਕੁਲ, ਹਨਾ, ਤੇ ਨਾਲੇ ਜਦੋਂ ਇਹ ਚੀਜ਼ਾਂ ਆਈਆਂ ਨੇ ਹਨਾ, ਜਿਹੜੀ ਤੀਜੀ ਦੇ ਨਾਲ ਵਧਿਆ, ਇੱਕ ਚੀਜ਼ ਹੋਰ ਮੇਨ ਆਈ ਆ ਕਿ ਬੜੇ ਦਿਨਾਂ ਬਾਅਦ ਕੱਲ ਇਹੋ ਜਿਹਾ ਦਿਨ ਸੀ ਕਿ ਜਿਹਦੇ ਵਿੱਚ ਮਰੀਜ਼ ਵੱਧ ਆਏ ਨੇ ਤੇ ਠੀਕ ਘੱਟ ਹੋਏ ਨੇ। ਬਿਲਕੁਲ, ਨਹੀਂ ਤਾਂ ਪਿਛਲੇ ਦਿਨਾਂ ਤੋਂ ਇਹ ਚੱਲਦਾ ਪਿਆ ਸੀ ਕਿ ਪੋਜ਼ਿਟਿਵ ਕੇਸ ਘੱਟ ਆ ਰਹੇ ਸੀ ਤੇ ਜਿਹੜੇ ਪੇਸ਼ੈਂਟ ਆ ਉਹ ਠੀਕ ਜ਼ਿਆਦਾ ਹੋ ਰਹੇ ਸੀ, ਲੇਕਿਨ ਕੱਲ ਉਲਟਾ ਹੋਇਆ। ਇਹ ਆਪਣੇ ਆਪ ਦੇ ਵਿੱਚ ਜਿਹੜੀ ਫਿਕਰਮੰਦੀ ਵਾਲੀ ਜਿਹੜੀ ਆ ਉਹ ਗੱਲ ਆ ਜੀ। ਜ਼ਿਆਦਾਤਰ ਇਹ ਕਿਹਾ ਜਾਂਦਾ ਕਿ ਜਿਹੜੇ ਹੁਣ ਵਿਦੇਸ਼ਾਂ ਤੋਂ ਵਾਪਸ ਆ ਰਹੇ ਨੇ ਉਹਨਾਂ ਕਰਕੇ ਜਿਹੜੀ ਇੱਕ ਚੇਨ ਆ ਉਹ ਬਣ ਰਹੀ ਹੈ, ਪਰ ਇਦਾਂ ਦਾ ਕੁਝ ਨਹੀਂ ਹੈਗਾ। ਜੇਕਰ ਅਸੀਂ ਪੂਰੀ ਸਾਵਧਾਨੀ ਵਰਤੀਏ ਤਾਂ ਜਿਹੜਾ ਅਸੀਂ ਇਹਨੂੰ ਕੰਟਰੋਲ ਹੈ ਜਿਸ ਤਰ੍ਹਾਂ ਪਹਿਲਾਂ ਬਣਿਆ ਹੋਇਆ, ਇਸ ਕੰਟਰੋਲ ਨੂੰ ਅਸੀਂ ਇਸੇ ਤਰ੍ਹਾਂ ਰੱਖ ਸਕਦੇ ਹਾਂ। ਤੁਸੀਂ ਇਹ ਦੇਖੋ ਜਿਹੜੇ ਉਡਾਣਾਂ ਰਾਹੀਂ ਮਤਲਬ ਜਿਹੜੇ ਵਿਦੇਸ਼ਾਂ ਵਿੱਚ ਫਸੇ ਹੋਏ ਸੀ ਉਹ ਭਾਰਤ ਆ ਰਹੇ ਨੇ, ਉਹਨਾਂ ਨੂੰ ਇਕਾਂਤਵਾਸ ਦੇ ਵਿੱਚ ਜਿਹੜਾ ਹੋਟਲਾਂ ਦੇ ਵਿੱਚ ਰੱਖਿਆ ਗਿਆ। ਤੇ ਇਹ ਵੀ ਗੱਲ ਵੇਖਣ ਨੂੰ ਆਈ ਹੈ, ਜੇਕਰ ਅਸੀਂ ਮੋਗਾ ਦੀ ਗੱਲ ਕਰੀਏ, ਅਸੀਂ ਜਲੰਧਰ ਦੀ ਜਾਂ ਆਪਣੇ ਆਲੇ ਦੁਆਲੇ ਦੀ ਗੱਲ, ਜਿਹੜੀ ਸਾਡੇ ਕੋਲ ਮੇਨ ਰਿਪੋਰਟ ਅਸੀਂ ਕਹ ਲਓ ਕਿ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ। ਹਾਂ, ਜਿਹੜਾ ਸਾਨੂੰ ਮੋਗਾ ਦੀ ਰਿਪੋਰਟ ਆਈ ਹੈ ਉਹ ਇਹ ਹੈ ਕਿ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਪ੍ਰਵਾਸੀ ਕਹ ਲਓ ਕਿ ਵਿਦੇਸ਼ੀ ਜਿਹੜੇ ਉੱਥੇ ਮਤਲਬ ਰਹਿ ਰਹੇ ਨੇ ਇਕਾਂਤਵਾਸ ਦੇ ਵਿੱਚ, ਜਿਨ੍ਹਾਂ ਨੂੰ 14 ਦਿਨ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਅੰਦਰ ਰਹਿਣਾ ਇਕੱਲਿਆਂ ਨੇ, ਹਨਾ, ਉਹਨਾਂ ਦੇ ਪਰਿਵਾਰ ਵਾਲੇ ਆ ਰਹੇ ਨੇ ਹੋਟਲਾਂ ਦੇ ਵਿੱਚ, ਰਿਸ਼ਤੇਦਾਰ ਆ ਰਹੇ ਨੇ। ਕਹ ਲਓ ਕਿ ਇਦਾਂ ਚੱਕਰ ਉਹਨਾਂ ਦੇ ਚੱਲ ਰਹੇ ਨੇ ਕਿ ਉਹ ਲਾਈਨ ਜਿਹੜੀ ਇੱਕ ਲੱਗੀ ਹੋਈ ਹੈ ਹੋਟਲਾਂ ਦੇ ਬਾਹਰ, ਤੇ ਉੱਥੇ ਕੋਈ ਵੀ ਪੁਲਿਸ ਵਾਲਾ ਜਿਹੜਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈਗਾ। ਇਹ ਇੱਕ ਚਿੰਤਾ ਦਾ ਵਿਸ਼ਾ। ਜੇਕਰ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਕਰੋਨਾ ਪੋਜ਼ਿਟਿਵ ਹੋਇਆ, ਤੁਸੀਂ ਦੇਖੋ ਆਪਣੀ ਪੂਰੀ ਫੈਮਿਲੀ, ਪੂਰੇ ਰਿਸ਼ਤੇਦਾਰਾਂ ਦੀ ਇੱਕ ਵੱਖਰੀ ਚੇਨ ਜਿਹੜੀ ਬਣਾਉਂਦਾ, ਕਿੰਨਿਆਂ ਨੂੰ ਜਾ ਕੇ ਮਿਲੇਗਾ। ਬਿਲਕੁਲ, ਹਨਾ, ਤੇ ਨਾਲ ਉੱਥੇ ਇਹ ਹੈ ਕਿ ਉਹਨਾਂ ਨੂੰ ਕੁਆਰੰਟਾਈਨ ਕਰਨ ਦਾ ਫਾਇਦਾ ਕੀ ਆ। ਬਿਲਕੁਲ, ਇਹਦੇ ਨਾਲ ਤਾਂ ਘਰੇ ਹੀ ਕਰ ਦਿਓ। ਮਤਲਬ ਅਸੀਂ ਇਹ ਕਹਿ ਸਕਦੇ ਕਿ ਇੱਥੇ ਸਰਕਾਰ ਸਿਰਫ ਨਾਮ ਕਰ ਰਹੀ ਹੈ ਕਿ ਅਸੀਂ ਇਹਨਾਂ ਦੇ ਇਕਾਂਤਵਾਸ ਦੇ ਵਿੱਚ ਰੱਖਿਆ, ਲੇਕਿਨ ਉਹਦੇ ਤੇ ਉਹ ਪੂਰਾ ਜਿਹੜਾ ਆ ਉਹ ਨਹੀਂ ਉਤਰਦੇ ਪਏ। ਬਿਲਕੁਲ, ਕਹ ਲਓ ਕਿ ਇਸ ਸਮੇਂ ਜਿਹੜੀ ਸਾਵਧਾਨੀ ਸਾਨੂੰ ਵਰਤਣ ਦੀ ਲੋੜ ਹੈ। ਸਾਡੇ ਆਲੇ ਦੁਆਲੇ ਅਸੀਂ ਦੇਖਣਾ ਹੈਗਾ ਕਿ ਕਿੱਦਾਂ ਅਸੀਂ ਡਿਸਟੈਂਸ ਬਣਾ ਕੇ ਰੱਖਣਾ। ਇੱਥੇ ਸਰਕਾਰ ਦੇ ਵੀ ਬਹੁਤ ਸਾਰੇ ਜਿਹੜੇ ਫਰਜ਼ ਬਣਦੇ ਨੇ, ਕੁਝ ਹੱਦ ਤੱਕ ਜਿਹੜੇ ਆਪਣੇ ਫਰਜ਼ ਉਹ ਨਿਭਾ ਵੀ ਰਹੀ ਆ, ਪਰ ਜਿਹੜੀਆਂ ਇਦਾਂ ਦੀਆਂ ਗਲਤੀਆਂ ਹੈਗੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਚਿੰਤਾ ਜਿਹੜੀ ਪੈਦਾ ਕਰ ਸਕਦੀਆਂ ਹਨਾ। ਤੁਸੀਂ ਇਹ ਦੇਖੋ, ਅਸੀਂ ਹੁਣ ਇਹਨੂੰ ਨਾਰਮਲੀ ਅਸੀਂ ਸਾਡੇ ਧਿਆਨ ਦੇ ਵਿੱਚ ਆਇਆ, ਬਹੁਤ ਜਣੇ ਦੇ ਧਿਆਨ ਦੇ ਵਿੱਚ ਇਹ ਗੱਲ ਆਈ ਆ। ਅਸੀਂ ਜੇਕਰ ਇਹਨੂੰ ਇਦਾਂ ਹੀ ਨਾਰਮਲ ਰਹਿੰਦੇ ਰਹੇ ਤਾਂ ਫਿਰ ਤੁਸੀਂ ਇਹ ਦੇਖੋ ਚੇਨ ਕਿੱਥੇ ਬਣੂਗੀ, ਜੇਕਰ ਇੱਕ ਵੀ ਜਿਹੜਾ ਉਹਦੇ ਚੋਂ ਜਿਹੜੇ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ ਉਹਨਾਂ ਚੋਂ ਇੱਕ ਵੀ ਮਰੀਜ਼ ਜਿਹੜਾ ਸਾਹਮਣੇ ਆ ਗਿਆ। ਹਾਂਜੀ, ਤੇ ਮਨਪ੍ਰੀਤ ਜਦੋਂ ਆਪਾਂ ਨਾਲ ਗੱਲ ਕਰ ਰਹੇ ਹਾਂ, ਉੱਥੇ ਹੀ ਅੱਜ ਸ਼ਹੀਦੀ ਦਿਹਾੜਾ ਆ। ਬਿਲਕੁਲ, ਅਸੀਂ ਤਾਂ ਬਚਪਨ ਤੋਂ ਜਦੋਂ ਤੋਂ ਵੀ ਆਪ ਚੱਲਣਾ ਫਿਰਨਾ ਸਿੱਖਿਆ, ਦੇਖਿਆ ਕਿ ਛਪੀਲਾਂ ਲੱਗੀਆਂ ਹੁੰਦੀਆਂ ਸੀ, ਬੜੀ ਸ਼ਰਧਾ ਦੇ ਨਾਲ ਜਾ ਕੇ ਨਾਲੇ ਛਪੀਲਾਂ ਉੱਤੇ ਜਲ ਵਰਤਾਉਣਾ ਤੇ ਨਾਲੇ ਡੋਲੂ ਲੈ ਕੇ ਜਾਣਾ, ਨਾਲੇ ਪੀਣਾ। ਤੇ ਜੋ ਸਾਈਕਲ ਚਲਾਉਣਾ ਆ ਗਿਆ ਤਾਂ ਸ਼ਹਿਰ ਦੇ ਵਿੱਚ ਹਰ ਛਪੀਲ ਦੇ ਉੱਪਰ ਜਾ ਕੇ ਜਿਹੜਾ ਕੋਸ਼ਿਸ਼ ਕਰੀਦੀ ਸੀ ਕਿ ਛਪੀਲ ਜ਼ਰੂਰ ਛਕ ਕੇ ਆਈਏ। ਤੇ ਹਾਜਮੇ ਵੀ ਬੜੇ ਤਕੜੇ ਹੁੰਦੇ ਸੀ, 15-15 20 ਗਲਾਸ ਜਿਹੜੇ ਆ ਉਹ ਪੀ ਜਾਣੇ। ਲੇਕਿਨ ਅੱਜ ਇਹ ਕਿਹੋ ਜਿਹਾ ਦਿਨ ਆ ਕਿ ਇਸ ਮਹਾਮਾਰੀ ਦੇ ਕਰਕੇ ਜਿਹੜੀਆਂ ਛਪੀਲਾਂ ਨੇ, ਕਿੰਨੇ ਜਿਹੜੇ ਪਿਆਸੇ ਲੋਕ ਹੁੰਦੇ ਸੀ ਸੜਕਾਂ ਦੇ ਉੱਤੇ, ਇਹਨਾਂ ਪੂਰੇ ਮਹੀਨੇ ਦੇ ਵਿੱਚ ਉਹਨਾਂ ਨੂੰ ਛਪੀਲਾਂ ਲਾ ਕੇ ਜਲ ਜਿਹੜਾ ਆ ਉਹ ਵਰਤਾਇਆ ਜਾਂਦਾ ਸੀ। ਤੇ ਅੱਜ ਕਿਤੇ ਵੀ ਜਿਹੜੀਆਂ ਨੇ ਉਹ ਛਪੀਲਾਂ ਉਹ ਨਹੀਂ ਲੱਗੀਆਂ ਹੋਈਆਂ। ਤੇ ਇਹ ਕਹਿ ਲਓ ਕਿ ਜੋ ਸ਼ਰਧਾ ਦੇ ਨਾਲ ਇਹ ਜਲ, ਠੰਡਾ ਮਿੱਠਾ ਜਲ ਵਰਤਾਇਆ ਜਾਣਾ ਸੀ ਇੱਕ ਸ਼ਰਧਾ ਦੇ ਨਾਲ, ਉਹ ਜਿਹੜਾ ਨਹੀਂ ਵਰਿਆ। ਲੇਕਿਨ ਸਰਕਾਰ ਦੀ ਅਗਰ ਗੱਲ ਕਰੀਏ ਤੇ ਬੜੀ ਇੱਕ ਸ਼ਰਧਾਲੂਆਂ ਵੱਲੋਂ ਮੰਗ ਉੱਠ ਰਹੀ ਸੀ ਇਹ ਕਿ ਅਗਰ ਛਪੀਲਾਂ ਨਹੀਂ ਲੱਗ ਰਹੀਆਂ, ਇਹ ਪਵਿੱਤਰ ਦਿਹਾੜਾ ਆ, ਇਸ ਦਿਨ ਦੇ ਉੱਤੇ ਠੇਕੇ ਜਿਹੜੇ ਆ ਉਹ ਬੰਦ ਰੱਖੇ ਜਾਣ। ਤੇ ਅੱਜ ਗੱਲ ਕਰਦੇ ਆ ਕਿ ਠੇਕੇ ਜਿਹੜੇ ਨੇ ਉਹ ਖੁੱਲੇ ਹੋਏ ਨੇ, ਛਬੀਲਾਂ ਉਹ ਬੰਦ ਨੇ, ਪਿਆਕੜ ਜਿਹੜੇ ਨੇ ਉਹ ਜਾ ਕੇ ਉੱਥੇ ਆਪਣੀਆਂ ਪੀ ਰਹੇ ਨੇ। ਤੇ ਜਿਹੜੇ ਸ਼ਰਧਾ ਦੇ ਨਾਲ ਜਿਨ੍ਹਾਂ ਨੇ ਜਲ ਛਕਣਾ ਸੀ ਉਹ ਸਾਡੇ ਤੋਂ
ਜਿਹੜੇ ਆ ਉਹ ਇਸ ਟਾਈਮ ਹੱਕ ਜਿਹੜਾ ਸਾਨੂੰ ਇਸ ਟਾਈਮ ਕਰੋਨਾ ਨੇ ਨਹੀਂ ਦਿੱਤਾ ਇਸ ਵਾਰ, ਤੇ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਕਿਉਂਕਿ ਆਪਣੇ ਘਰਾਂ ਦੀ ਗੱਲ ਕਰੀਏ, ਇਹ ਛਬੀਲ ਕਹਿਣ ਦੀ ਗੱਲ ਹੈ ਕਿ ਅਸੀਂ ਛਬੀਲਾਂ ਕਹਿੰਦੇ ਜੀ ਅਸੀਂ ਘਰ ਵੀ ਤਾਂ ਪਾਣੀ ਪੀਨੇ, ਪਰ ਇਹ ਕਿੰਨਾ ਕਹਿ ਲਓ ਕਿ ਇੱਕ ਰੀਤ ਇੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਮਤਲਬ ਜਿਹੜੀ ਆਪਾਂ ਘਰ ਵੀ ਮਨਪ੍ਰੀਤ ਦਾਲ ਬਣਾਉਂਦੇ ਆ, ਲੰਗਰ ਬਣਾਉਂਦੇ ਆ, ਸਬਸ ਆਪਣੇ ਖਾਣ ਲਈ ਸਭ ਕੁਝ ਬਣਾਉਂਦੇ, ਲੇਕਿਨ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਬਣਦਾ ਉਹਦਾ ਸਵਾਦ ਹੀ ਵੱਖਰਾ ਹੁੰਦਾ। ਇਹ ਉਹਦੇ ਵਿੱਚ ਇਹ ਕਹਿ ਲਓ ਕਿ ਉਹਦੀ ਸ਼ਰਧਾ ਨਾਲ, ਭਾਵਨਾ ਨਾਲ ਜਦੋਂ ਕੋਈ ਚੀਜ਼ ਬਣਾਈ ਜਾਂਦੀ ਆ ਉਹਦਾ ਸਵਾਦ ਅਲੱਗ ਹੁੰਦਾ। ਕਿਉਂਕਿ ਇਹਦਾ ਵੀ ਕੋਈ ਮੇਨ ਕਾਰਨ, ਕੋਈ ਮੇਨ ਰੀਜ਼ਨ ਹੋ ਸਕਦਾ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਵੀ ਜਿਹੜੇ ਆ ਰਹੇ ਨੇ, ਮਤਲਬ ਅੱਜ ਵੀ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ, ਇਹਨਾਂ ਦਿਨਾਂ 'ਚ ਛਬੀਲ ਕਿਉਂ ਲੱਗ ਰਹੀ ਹੈ, ਅੱਗੇ ਪਿੱਛੇ ਕਿਉਂ ਨਹੀਂ ਲੱਗ ਰਹੀ? ਗਰਮੀ ਤਾਂ ਹੁਣ 6 ਮਹੀਨੇ ਚਲੋ ਚੱਲਣੀ ਹੈ, ਲੇਕਿਨ ਉਹ ਠੀਕ ਹੈ ਕਿ ਉਦੋਂ ਜਦੋਂ ਸ਼ਹੀਦੀ ਦਿਹਾੜੇ ਨਾਲ ਜੋ ਸੰਬੰਧਿਤ ਆ ਕਿ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੱਤੀਆਂ ਤਵੀਆਂ ਤੇ ਬਿਠਾ ਕੇ, ਰੇਤਾ ਪਾ ਕੇ ਗਰਮ, ਹਨਾ। ਤੇ ਪਰ ਅਸੀਂ ਪਹਿਲਾਂ ਦਿਖਾਉਣਾ ਚਾਹੁੰਦੇ ਸ਼ਾਰਟ ਜੋ ਸ਼ਹਿਰ ਦੇ ਵਿੱਚੋਂ ਅਸੀਂ ਇਕੱਠੇ ਕੀਤੇ ਨੇ, ਬਈ ਕੀ ਮਾਹੌਲ ਆ ਕਿ ਸ਼ਹਿਰ ਦੇ ਵਿੱਚ ਛਪੀਲਾਂ ਨਹੀਂ ਹੈਗੀਆਂ ਤੇ ਠੇਕੇ ਖੁੱਲੇ ਹੋਏ ਨੇ। ਬਿਲਕੁਲ। ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਬੀਤੇ ਦਿਨੀ ਸ਼ਰਧਾਲੂਆਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕੀਤਾ ਜਾਵੇ। ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਕਰੋਨਾ ਮਹਾਮਾਰੀ ਦੇ ਚੱਲਦਿਆਂ ਬਹੁਤ ਸਾਰੇ ਐਸੇ ਤਿਉਹਾਰ, ਬਹੁਤ ਸਾਰੇ ਐਸੇ ਦਿਹਾੜੇ ਸੀ ਜੋ ਕਿ ਕਰੋਨਾ ਕਰਕੇ ਨਹੀਂ ਮਨਾਏ ਗਏ। ਇਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਜਿੱਥੇ ਪਹਿਲਾਂ ਛਬੀਲਾਂ ਲਗਾਈਆਂ ਜਾਂਦੀਆਂ ਸਨ, ਉੱਥੇ ਹੀ ਇਸ ਵਾਰ ਛਬੀਲਾਂ ਨਹੀਂ ਲੱਗ ਸਕੀਆਂ, ਪਰ ਦੂਜੇ ਪਾਸੇ ਸ਼ਰਾਬ ਦੀਆਂ ਛਬੀਲਾਂ ਜ਼ਰੂਰ ਦੇਖਣ ਨੂੰ ਮਿਲੀਆਂ। ਸ਼ਰਧਾਲੂਆਂ ਵੱਲੋਂ ਮੰਗ ਕਰਨ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਆਮ ਵਾਂਗੂ ਹੀ ਖੁੱਲੀਆਂ ਦੇਖਣ ਨੂੰ ਮਿਲੀਆਂ, ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਵੀ ਪਾਇਆ ਗਿਆ। ਇਸ ਮੌਕੇ ਤੇ ਸੰਗਤ ਨੇ ਪ੍ਰਸ਼ਾਸਨ ਪਾਸੋਂ ਅਪੀਲ ਕੀਤੀ ਕਿ ਇਹੋ ਜਿਹੇ ਦਿਹਾੜਿਆਂ ਤੇ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਆਪ ਸਮੂਹ ਸਾਧ ਸੰਗਤ ਨੂੰ ਭਲੀ ਪ੍ਰਕਾਰ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਮਹਾਰਾਜ ਜੀ ਦੀ ਅਪਰਪਾਰ ਕਿਰਪਾ ਨੂੰ ਪ੍ਰਾਪਤ ਕਰਦਿਆਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ 414ਵਾਂ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਚੜ੍ਹਦੀ ਕਲਾ ਵਿੱਚ ਮਨਾਇਆ ਗਿਆ। ਇੱਕ ਗੱਲ ਦਾ ਥੋੜਾ ਜਿਹਾ ਗਿਲਾ, ਗੁਰੂ ਕੀ ਸੰਗਤ ਕਹਿੰਦੀ ਹੈ ਕਿ ਅੱਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਿਨ੍ਹਾਂ ਨੇ ਤੱਤੀ ਤਵੀ ਉੱਤੇ ਬੈਠ ਕੇ ਮਾਨਵਤਾ ਨੂੰ ਸੀਤਲਤਾਈ, ਠੰਡ ਵਰਤਾਈ ਹੈ, ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਜੋ ਸ਼ਹੀਦੀ ਜੋੜ ਮੇਲਾ ਹੈ, ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਉਹ ਦਾਰੂ ਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਰੱਖਦੇ, ਲੇਕਿਨ ਇਹ ਕੁਝ ਨਹੀਂ ਕੀਤਾ ਗਿਆ। ਇਹਦੇ ਨਾਲ ਵੀ ਸੰਗਤ ਦੇ ਦਿਲ ਉੱਤੇ ਕੁਝ ਗਿਲਾ ਹੈ। ਚਲੋ ਕੋਈ ਗੱਲ ਨਹੀਂ, ਵਾਹਿਗੁਰੂ ਨੂੰ ਜਿਵੇਂ ਭਾਵੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਇਹੋ ਜਿਹੇ ਮਹਾਨ ਗੁਰਪੁਰਬ ਕਿਉਂਕਿ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੱਤੀਆਂ ਤਵੀਆਂ ਤੇ ਬੈਠ ਗਏ। ਬਹੁਤ ਹੀ ਲਸਾਨੀ ਕੁਰਬਾਨੀ ਉਹਨਾਂ ਦੀ ਜੋ ਹੈ ਉਹ ਸੰਗਤਾਂ ਲਈ ਹੈ। ਸੰਗਤਾਂ ਚਾਹੁੰਦੀਆਂ ਸਨ ਕਿ ਇੱਦਾਂ ਦੇ ਮਹਾਨ ਦਿਨ ਦੇ ਉੱਪਰ ਜੋ ਠੇਕੇ ਅਤੇ ਮਾਸ ਦੀਆਂ ਦੁਕਾਨਾਂ, ਮੀਟ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ, ਇਹ ਬੰਦ ਹੋਣੀਆਂ ਚਾਹੀਦੀਆਂ ਸੀ। ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਨਾਂ 'ਤੇ ਰੋਕ ਲਾਈ ਜਾਂਦੀ, ਪਰ ਐਸਾ ਨਹੀਂ ਹੋਇਆ। ਇਹ ਬੜੇ ਦੁੱਖ ਦੀ ਗੱਲ ਹੈ। ਸੋ ਅੱਜ ਦੇ ਇਸ ਮਹਾਨ ਗੁਰਪੁਰਬ 'ਤੇ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜਿਹੜੀਆਂ ਗੁਰਦੁਆਰਾ ਸਾਹਿਬ ਪਹੁੰਚੀਆਂ ਨੇ, ਅਤੇ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਵਾਰੀ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਤੁਸੀਂ ਵੇਖੀ ਉਹ ਝਾਤੀ ਜਿਹੜੀ ਅੱਜ ਦੇ ਹਾਲਾਤ ਹੈਗੇ ਨੇ, ਜਿਹੜਾ ਕਿ ਕੱਲ ਮੰਗ ਉੱਠੀ ਸੀ ਸਾਡੇ ਪ੍ਰੋਗਰਾਮ ਵਿੱਚ ਵੀ, ਜਿਹੜਾ ਕਿ ਕਾਲਰ ਨੇ ਫੋਨ ਕਰਕੇ ਮੰਗ ਉਠਾਈ ਸੀ ਕਿ ਅੱਜ ਜਿਹੜਾ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਉਹਦੇ ਤੇ ਠੇਕੇ ਤੇ ਮੀਟ ਦੀਆਂ ਜਿਹੜੀਆਂ ਸ਼ਾਪਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ। ਪਰ ਪ੍ਰਸ਼ਾਸਨ ਮੈਨੂੰ ਲੱਗਦਾ ਕਿ ਹਜੇ ਸੁੱਤਾ ਪਿਆ ਹੈ, ਉਹਨੂੰ ਇਧਰੋਂ ਜਿਹੜਾ ਕਹਿ ਲਓ ਕਿ ਜ਼ਿਆਦਾ ਇਨਕਮ ਹੋ ਰਹੀ ਹੈ, ਉਹਨੂੰ ਇਹ ਨਹੀਂ, ਮਤਲਬ ਸਰ ਇੱਥੇ ਇੱਕ ਇਹ ਗੱਲ ਹੋ ਸਕਦੀ ਸੀ ਨਾ, ਜੇ ਪ੍ਰਸ਼ਾਸਨ ਨੇ ਕਹਿ ਲਓ ਕਿ ਹਾਮੀ ਭਰਨੀ ਹੁੰਦੀ। ਤੁਸੀਂ ਇਹ ਦੇਖੋ, ਜਿੱਦਣ ਦੀ ਇਹ ਮਹਾਮਾਰੀ ਚੱਲੀ ਹੋਈ ਆ, ਸਿੱਖਾਂ ਵੱਲੋਂ
ਲੰਗਰ ਬੰਦ ਨਹੀਂ ਕੀਤਾ ਗਿਆ। ਹਾਂ, ਲੰਗਰ ਬੰਦ। ਪਰ ਸਾਡੇ ਲਈ ਜੇ ਅਸੀਂ ਕਹੀਏ ਫਿਰ ਸਰਕਾਰ ਕੁਝ ਨਹੀਂ ਕਰ ਸਕਦੀ। ਇੱਕ ਦਿਨ ਲਈ ਇੱਕ ਦਿਨ ਦਾ ਕਹਿ ਲਓ ਕਿ ਉਹਨਾਂ ਨੂੰ ਇੱਕ ਸਨਮਾਨ ਹੀ ਭੇਟ ਹੋ ਜਾਂਦਾ ਕਿ ਹਾਂ ਜੀ ਤੁਸੀਂ ਇੰਨੇ ਇਸ ਮਹਾਮਾਰੀ ਦੇ ਵਿੱਚ ਇੰਨਾ ਜਿਹੜਾ ਕਹਿ ਲਓ ਕਿ ਬਾਬਾ ਜੀ ਦਾ 20 ਰੁਪਏ ਵਾਲਾ ਲੰਗਰ ਆ ਤਾਂ 2020 ਦੇ ਵਿੱਚ ਕਿੱਦਾਂ ਮਤਲਬ ਕਹਿ ਲਓ ਚੱਲ ਰਿਹਾ ਹੈ ਨਾ। ਤੇ ਇੱਕ ਜਿਹੜੀ ਕਹਿ ਲਓ ਕਿ ਸਨਮਾਨਿਤ ਤੌਰ ਤੇ ਵੀ ਇਹ ਮੰਗ ਜਿਹੜੀ ਆ ਮੰਨਣੀ ਚਾਹੀਦੀ ਸੀ। ਕਿਤੇ ਨੇ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਜਾਂ ਹੋਰ ਜਿਹੜੇ ਸੀਨੀਅਰ ਸੀ ਉਹਨਾਂ ਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ। ਬਿਲਕੁਲ ਹਾਂ, ਕਿ ਵਾਰੀ ਮਾਈਂਡ ਦੇ ਵਿੱਚ ਤੇ ਨਹੀਂ ਸਰ ਆਇਆ। ਜਿੱਥੇ ਅਸੀਂ ਸਰਕਾਰ ਦੀ ਗੱਲ ਕਰ ਰਹੇ ਹਾਂ, ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ, ਇਹੀ ਜੇਕਰ ਕੋਈ ਹੋਰ ਦਿਨ ਹੁੰਦਾ ਨਾ, ਮਤਲਬ ਅਸੀਂ ਆਪਣੀ ਭਾਸ਼ਾ ਦਾ ਉਹ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਕੋਈ ਹੋਰ ਦਿਨ ਹੁੰਦਾ, ਤੁਸੀਂ ਇਹ ਦੇਖੋ ਟਿਕਟੌਕ ਸੋਸ਼ਲ ਮੀਡੀਆ ਐ ਭਰੀ ਹੋਣੀ ਸੀ। ਪਰ ਅੱਜ ਮੈਨੂੰ ਲੱਗਦਾ ਕਿ ਅੱਧੇ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਅੱਜ ਦਾ ਦਿਨ ਕਿਉਂ ਜਿਹੜਾ ਮਤਲਬ ਅਸੀਂ ਮਨਾ ਰਹੇ ਹਾਂ ਜੀ। ਬਿਲਕੁਲ। ਤੇ ਅੱਜ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਤੁਸੀਂ ਇਹ ਦੇਖੋ ਸਰ ਕਿੱਦਾਂ ਉਹਨਾਂ ਨੇ ਸ਼ਹਾਦਤ ਦਿੱਤੀ ਸਾਡੇ ਲਈ, ਹੈ ਨਾ। ਮਤਲਬ ਕਹ ਲਓ ਲਾਮਿਸਾਲ ਜਿਹੜੀ ਆ, ਲਾਮਿਸਾਲ, ਹੈ ਨਾ, ਉਹ ਮਤਲਬ ਰਹਿੰਦੀਆਂ ਕਹ ਲਓ ਕਿ ਉਮਰਾਂ ਤੱਕ ਜਿਹੜੀ ਯਾਦ ਰੱਖੀ ਜਾਊਗੀ, ਹੈ ਨਾ। ਤੇ ਤੁਸੀਂ ਇਹ ਦੇਖੋ ਸਾਡੇ ਕੋਲ ਥੋੜੀ ਜਿਹੀ ਗਰਮੀ ਬਰਦਾਸ਼ਤ ਨਹੀਂ ਹੁੰਦੀ ਤੇ ਬਾਬਾ ਜੀ ਨੇ ਸਾਡੇ ਲਈ ਕੀ ਕੁਛ ਕੀਤਾ, ਹੈ ਨਾ। ਮਤਲਬ ਕਿੰਨੀ ਕਹ ਲਓ ਕਿ ਤੇ ਬੈਠ ਕੇ ਨਾਮ ਜਪਣਾ, ਦੇਗਾਂ ਜਿਹੜੀਆਂ ਪਵਾਈਆਂ ਗਈਆਂ, ਹੈ ਨਾ, ਰਿੱਝ ਦੀਆਂ, ਤੇ ਰੇਤਾ ਜਿਹੜਾ ਸੀ ਗਰਮ ਰੇਤਾ ਉਹ ਸਿਰ ਦੇ ਉੱਤੇ ਪਾਉਣਾ, ਉਸ ਤੋਂ ਬਾਅਦ ਨਾਮ ਜਪਣਾ, ਤੇ ਕੀ ਮਾਹੌਲ ਹੋਏਗਾ ਉਦੋਂ ਨਾ। ਕਿੰਨੀਆਂ ਤਸ਼ੱਦਦ ਜਿਹੜੇ ਨੇ ਉਹ ਚਾਹੇ ਨੇ, ਜਿਸ ਤੋਂ ਬਾਅਦ ਜਿਹੜੀ ਸਾਡੀ ਇਹ ਕੌਮ ਆ ਉਹ ਬਣੀ ਆ, ਜਿਸ ਤੋਂ ਬਾਅਦ ਇਹ ਸਿੱਖੀ ਜਿਹੜੀ ਆ ਉਹ ਬਣੀ ਆ। ਬਿਲਕੁਲ। ਤੇ ਉੱਥੇ ਜੇਕਰ ਤੁਹਾਡੇ ਕੋਲ ਕੋਈ ਵਿਚਾਰ ਹੈਗਾ, ਤੁਸੀਂ ਕੋਈ ਅੱਜ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਕੋਈ ਕਵਿਤਾ, ਕੋਈ 2 ਲਾਈਨਾਂ, ਕੋਈ ਤੁਹਾਡੇ ਆਪਣੇ ਵਿਚਾਰ, ਜਾਂ ਫਿਰ ਤੁਸੀਂ ਕੋਈ ਉਹਨਾਂ ਨੂੰ ਸ਼ਰਧਾਂਜਲੀ ਬਾਬਾ ਜੀ ਨੂੰ ਭੇਂਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਿਹੜਾ ਸਾਡੇ ਨਾਲ ਜੁੜ ਸਕਦੇ ਹੋ ਜੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਫੋਨ ਲਾਈਨਾਂ ਦੋਨੀਆਂ ਖੁੱਲੀਆਂ ਹੋਈਆਂ ਨੇ ਤੇ ਤੁਸੀਂ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। 508 709 ਜਿਹੜਾ ਕਿ ਨੰਬਰ ਚੱਲ ਰਿਹਾ, ਨਾਲ ਦੀ ਨਾਲ 380 113 ਨੰਬਰ ਵੀ ਜਿਹੜਾ ਸਟੂਡੀਓ ਦਾ ਉਹ ਚੱਲ ਰਿਹਾ, ਤੇ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਤੇ ਮੈਨੂੰ ਲੱਗਦਾ ਕਾਲਰ ਸਾਡੇ ਕੋਲ ਇੱਕ ਆਏ ਨੇ। ਬਿਲਕੁਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਧੰਨਵਾਦ ਜੀ, ਮੈਂ ਰਣਜੀਤ ਸਿੰਘ ਫਤਿਹ ਬੋਲ ਰਿਹਾ ਜੀ। ਜੀ ਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ ਬੱਚਾ ਸਾਹਿਬ। ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਕ ਮਾਫੀ ਮੰਗਣੀ ਚਾਹੁੰਦਾ ਆਪਣੇ ਸਮੂਹ ਦਰਸ਼ਕਾਂ ਤੋਂ ਕਿ ਮੈਂ ਥੋੜੇ ਦਿਨ ਪਹਿਲਾਂ ਕਾਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਜੀ, ਤੇ ਕੁਝ ਆਵਾਜ਼ ਦੀ ਡਿਸਟਰਬੈਂਸ ਚਲੋ ਜਾਂ ਮੇਰੇ ਕੋਲ ਪ੍ਰੋਪਰ ਨਹੀਂ ਬੋਲਿਆ ਗਿਆ, ਮੇਰੀ ਹੀ ਗਲਤੀ ਸੀ। ਮੇਰੇ ਕੋਲ ਗੁਟਕਾ ਸਾਹਿਬ ਦੀ ਜਗ੍ਹਾ ਗੁਟਕਾ ਬੋਲਿਆ ਗਿਆ ਸੀਗਾ ਤੇ ਕੈਪਟਨ ਦੇ ਨਾਲ ਸਾਹਿਬ ਲਾਇਆ ਗਿਆ ਸੀਗਾ ਇੱਕੋ ਗੱਲ ਦੇ ਵਿੱਚ, ਤੇ ਉਹ ਮੈਨੂੰ ਵੀ ਬਾਅਦ ਤੋਂ ਰਿਕਾਰਡਿੰਗ ਸੁਣ ਕੇ ਬਹੁਤ ਰਿਅਲਾਈਜ਼ ਹੋਇਆ, ਤੇ ਉਹਦੇ ਲਈ ਮੈਂ ਸਮੂਹ ਜਿੰਨੇ ਵੀ ਦਰਸ਼ਕ ਨੇ ਔਰ ਪਰਮਾਤਮਾ ਤੋਂ ਮੈਂ ਮਾਫੀ ਮੰਗਦੀ ਚਾਹੁੰਦਾ ਜੀ। ਚਲੋ ਨਹੀਂ, ਕੋਈ ਗੱਲ ਨਹੀਂ ਜੀ, ਗਲਤੀ ਕਿਤੇ ਕਿਤੇ ਹੋ ਜਾਂਦੀ। ਸਾਨੂੰ ਵੀ ਕਾਫੀ ਕਾਲਸ ਇਸ ਚੀਜ਼ ਨੂੰ ਲੈ ਕੇ ਆਈਆਂ ਸੀ। ਠੀਕ ਆ, ਤੁਸੀਂ ਉਹਨੂੰ ਰਿਅਲਾਈਜ਼ ਕੀਤਾ, ਤੇ ਮੈਨੂੰ ਲੱਗਦਾ ਹੈ ਕਿ ਵੀ ਕਈ ਵਾਰੀ ਜਦੋਂ ਆਪਾਂ ਬੋਲਦੇ ਆ, ਕਈ ਵਾਰੀ ਜਦੋਂ ਆਪਾਂ ਬੋਲਦੇ ਆ ਕਈ ਵਾਰੀ ਅਸਰਾ ਤਫਰੀ ਚ ਬੋਲਿਆ ਗਿਆ ਵੀ ਮੈਂ ਜਦੋਂ ਬਹੁਤ ਸਤਿਕਾਰ ਕਰਦਾ ਗੁਰਬਾਣੀ ਦਾ, ਕਰ ਜਾਂਦੀ ਗੁਰਬਾਣੀ ਤਾਂ ਬਹੁਤ ਇੱਕ ਵੱਡੀ ਗੱਲ ਹੈ ਕਿ ਵੈਸੇ ਤਾਂ ਚੰਗੀ ਗੱਲ ਨਹੀਂ ਕੀ ਹੋਵੇ, ਤਾਂ ਮੈਂ ਉਹਦਾ ਵੀ ਸਤਿਕਾਰ ਕਰਦਾ, ਗੁਰਬਾਣੀ ਦੀ ਤਾਂ ਬਰਾਬਰੀ ਨਹੀਂ ਕਿਸੇ ਚੀਜ਼ ਨਾਲ ਆਪਾਂ ਕਰ ਸਕਦੇ। ਤੇ ਮੈਂ ਦੁਬਾਰਾ ਇੱਕ ਵਾਰੀ ਫਿਰ ਮਾਫੀ ਮੰਗਦਾ ਜੀ। ਤੇ ਹੁਣ ਅੱਜ ਜਿਹੜਾ ਸ਼ਹੀਦੀ ਗੁਰਪੁਰਬ ਹੈ ਗੁਰੂ ਅਰਜਨ ਦੇਵ ਜੀ ਦਾ, ਹਾਂਜੀ, ਉਹਦੇ ਸੰਬੰਧ ਵਿੱਚ ਸਮੂਹ ਦਰਸ਼ਕਾਂ ਨਾਲ ਵੀ ਗੱਲ ਕਰਨੀ ਸੀ, ਤੁਹਾਡੇ ਨਾਲ ਵੀ, ਤੇ ਤੁਸੀਂ ਕਹਿ ਸਕਦਾ ਕਿ ਜੋ ਕੋਈ ਵੀ ਉਹਨਾਂ ਬਾਰੇ ਜੇ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਜੀਵਨੀ ਬਾਰੇ, ਤਾਂ ਮੈਂ ਮਨਪ੍ਰੀਤ ਦੀ ਗੱਲ ਕਰਦੇ ਸੀ ਕਿ ਟਿਕਟੌਕ ਦੇ ਉੱਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਵੀ ਵੀਡੀਓ ਨਹੀਂ ਬਣਾ ਰਹੀ, ਜਾਂ ਫੇਸਬੁੱਕ ਦੇ ਉੱਤੇ ਵੀ ਕੋਈ ਵੀ ਇਹੋ ਜਿਹੀ ਐਕਟੀਵਿਟੀ ਨਹੀਂ ਹੋ ਰਹੀ। ਹੋਰ ਕੋਈ ਦਿਨ ਹੋਵੇ ਤਾਂ ਬੜੀ ਜਲਦੀ ਹੁੰਦੀ ਜੀ, ਖਾਸ ਕਰ ਮੈਂ ਐਗਰੀ ਹਾਂ ਜੀ ਬਿਲਕੁਲ ਵੀ। ਇਹਦਾ ਕਾਰਨ ਮੰਤਰੀ ਜੀ ਕਿ ਸਾਡੇ ਨੌਜਵਾਨਾਂ ਨੂੰ ਬਿਲਕੁਲ ਪਤਾ ਹੀ ਨਹੀਂ ਹੈ, ਗੱਲ ਸੱਚਾਈ ਹੈ ਕਿ ਕਿਸੇ ਵੀ ਤੁਸੀਂ ਨੌਜਵਾਨ ਨੂੰ ਮਾਰਕੀਟ ਦੀ ਆ ਕੇ ਵੀ ਘੁੰਮ ਕੇ ਪੁੱਛ ਲਓ ਕਿ ਸ਼ਹੀਦੀ ਕਿਉਂ ਹੋਈ ਸੀ, ਸ਼ਾਇਦ ਬਹੁਤਾਂ ਨੂੰ ਇਹ ਵੀ ਨਹੀਂ ਪਤਾ। ਬਿਲਕੁਲ। ਤੇ ਗੁਰੂ ਅਰਜਨ ਦੇਵ ਜੀ ਜਿਹੜੇ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ 15 ਅਪ੍ਰੈਲ 1563 ਈਸਵੀ ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਜੀ, ਇਹ ਗੁਰਦੁਆਰਾ ਕੋਠਾ ਸਾਹਿਬ ਜਿੱਥੇ ਹੋਇਆ ਸੀਗਾ। ਤੇ ਬਚਪਨ ਦੇ ਵਿੱਚ ਹੀ ਗੁਰੂ ਅਮਰਦਾਸ ਜੀ ਵੱਲੋਂ ਉਹਨਾਂ ਨੂੰ ਇੱਕ ਉਪਾਧੀ ਦਿੱਤੀ ਗਈ ਸੀ, ਦੋਹਤਾ ਬਾਣੀ ਦਾ ਬੋਠਾ, ਗੁਰੂ ਅਮਰਦਾਸ ਜੀ ਵੱਲੋਂ। ਤੇ ਉਦੋਂ ਹੀ ਚਲੋ ਕੋਈ ਸਪਸ਼ਟ ਹੋ ਗਿਆ ਸੀਗਾ ਕਿ ਬਾਣੀ ਤੇ ਬੋਠਾ ਨੇ ਗੁਰੂ ਅਰਜਨ ਦੇਵ ਜੀ, ਤੇ ਬਹੁਤ ਫਿਰ ਉਹਨਾਂ ਨੇ ਜੋ ਆਪਣੀ ਜੀਵਨੀ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਨੇ ਸਮਾਜ ਭਲਾਈ ਵਾਸਤੇ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ, ਹਾਂਜੀ, ਤੇ ਬਹੁਤ ਇਹੋ ਜਿਹੇ ਕੀਤੇ ਨੇ। ਗੁਰੂ
ਗੁਰੂ ਰਾਮਦਾਸ ਜੀ ਦੁਆਰਾ ਜਿਹੜੀ ਵਸਾਈ ਨਗਰੀ ਸੀ ਜਿਹਦਾ ਨਾਮ ਗੁਰੂ ਕਾ ਚੱਕ ਸੀਗਾ, ਹਾਂਜੀ। ਉਹਨਾਂ ਨੂੰ ਉਸ ਨਾਮ ਨੂੰ ਬਦਲ ਕੇ ਉਹਨਾਂ ਨੇ ਚੱਕ ਰਾਮਦਾਸਪੁਰ ਵੀ ਦਿੱਤਾ ਜੀ ਉਸ ਨਾਮ ਨੂੰ, ਜਿਹੜਾ ਕਿ ਬਾਅਦ ਦੇ ਵਿੱਚ ਅੱਜ ਤੱਕ ਉਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਜਿਹੜਾ ਸੀ ਉਹਨੂੰ ਜਾਣਦੇ ਹੋ। ਹਾਂਜੀ, ਬਿਲਕੁਲ। ਤੇ ਇਹ ਜਿਹੜਾ ਨਾਮ ਹੈ ਇਹ ਵੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਚੱਕ ਗੁਰੂ ਕਾ ਚੱਕ ਤੋਂ ਚੱਕ ਰਾਮਦਾਸਪੁਰ ਨਾਮ ਦਿੱਤਾ ਸੀਗਾ ਜੀ। ਫਿਰ ਉਸ ਤੋਂ ਬਾਅਦ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਵੀ ਕਰਵਾਈ ਗਈ, ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਦੋਂ, ਹਾਂਜੀ ਤੇ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ। ਉਸ ਤੋਂ ਬਾਅਦ ਸਾਰੇ ਇਤਿਹਾਸ ਦੇ ਵਿੱਚ ਵੈਸੇ ਤੁਸੀਂ ਜਾਣਦੇ ਹੋ, ਸਾਰੇ ਜਾਣਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇੰਨੀ ਧੁੱਪ ਦੇ ਵਿੱਚ, ਧੁੱਪ ਚਲੋ ਕਿ ਨੰਗੇ ਪੈਰ ਅਸੀਂ ਬਾਹਰ ਨਹੀਂ ਨਿਕਲ ਸਕਦੇ, ਤੇ ਉਹਨਾਂ ਨੂੰ ਤਵੀ ਤੇ ਵੀ ਬਿਠਾਇਆ ਗਿਆ, ਦੇਗ ਦੇ ਵਿੱਚ ਉਬਾਲਿਆ ਗਿਆ, ਸਰੀਰ ਦੇ ਉੱਤੇ ਗਰਮ ਤੱਤੀ ਰੇਤ ਪਾਈ ਗਈ, ਪਰ ਉਹ ਸ਼ਾਂਤੀ ਦੇ ਪੁੰਜ ਚਲੋ ਕਿ ਇਹ ਨਿਮਰਤਾ ਦੇ ਪੁੰਜ ਔਰ ਇੱਕ ਠੰਡਕ ਦਾ ਸੁਨੇਹਾ ਚਲੋ ਵੀ ਉਹ ਦੇਣ ਵਾਲੇ ਸੀ। ਆਪਣੇ ਮਨ ਨੂੰ ਠੰਡਾ ਕਿੱਦਾਂ ਰੱਖਣਾ, ਆਪਣੀ ਆਤਮਾ ਨੂੰ ਠੰਡਾ ਕਿੱਦਾਂ ਰੱਖਣਾ ਆ, ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਫਿਰ ਵੀ ਗੁਰੂ ਕੇ ਭਾਣੇ ਨੂੰ ਮੰਨਣ ਦੀ ਇੱਕ ਜਿਹੜੇ ਸਾਨੂੰ ਸਿੱਖਿਆ ਦੇ ਕੇ ਗਏ ਨੇ। ਗੁਰਬਾਣੀ ਪੰਕਤੀ ਹੈ, ਤੇਰਾ ਕੀਆ ਮੀਠਾ ਲੱਗਿਆ, ਹਰ ਨਾਮ ਪਦਾਰਥ ਨਾਨਕ ਮੰਗੇ। ਉਹ ਉਸ ਤੋਂ 30 ਮਈ 1606 ਈਸਵੀ ਨੂੰ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਤਸੀਹੇ ਦੇ ਦਿੱਤੇ, ਤੇ ਜਿਨ੍ਹਾਂ ਦਾ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਹਾਂ। ਬਿਲਕੁਲ। ਤੇ ਬਹੁਤ ਜਿਹੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਸਾਡੀ ਸਰਕਾਰ ਹੈ ਇਹਨੇ ਬਿਲਕੁਲ ਹੈਲੋ ਹਾਂਜੀ 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 ਸੁਣ ਰਿਹਾ ਜੀ ਤੁਹਾਨੂੰ। ਮੇਰੀ ਆਵਾਜ਼ ਆ ਰਹੀ ਜੀ ਜੀ। ਜਿਹੜੀ ਅੱਜ ਦੀ ਤਰੀਕ ਦੇ ਵਿੱਚ ਵੀ ਸਿਰਫ ਇੱਕ ਦਿਨ ਹੈ ਜੀ, ਲੋਕਡਾਊਨ ਕਰਕੇ ਵੀ ਤਾਂ ਇੰਨੇ ਦਿਨ ਅਸੀਂ ਠੇਕੇ ਬੰਦ ਰੱਖੇ, ਲਾਈ ਰੱਖੀ ਕਿ ਅਸੀਂ ਇੱਕ ਦਿਨ ਨਹੀਂ ਬੰਦ ਕਰ ਸਕਦੇ। ਬੜੀ ਵੱਡੀ ਮੰਦਭਾਗੀ ਮੇਰੇ ਹਿਸਾਬ ਨਾਲ ਇਹ ਗੱਲ ਆ, ਬੜੀ ਨਾਮੋਸ਼ੀ ਵਾਲੀ ਗੱਲ ਆ, ਖਾਸ ਕਰ ਪੰਜਾਬ ਸਰਕਾਰ ਦੇ ਲਈ, ਜਿਹੜੇ ਕਿ ਬਹੁਤ ਜਿਹੜੇ ਮੰਤਰੀ ਨੇ ਉਹ ਆਪ ਸਿੱਖਜ਼ਮ ਦੇ ਨਾਲ ਸੰਬੰਧਿਤ ਨਹੀਂ, ਵੈਸੇ ਸਿੱਖੀ ਦੇ ਇਕੱਲੇ ਗੁਰੂ ਨਹੀਂ ਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਇਹਨਾਂ ਨੇ ਦਿੱਤਾ, ਇਹ ਸਰਬ ਧਰਮ ਸਾਂਝੇ ਹੀ ਗੁਰੂ ਸੀਗੇ। ਬਿਲਕੁਲ ਸਹੀ। ਤੇ ਮੈਂ ਇਸ ਗੱਲੋਂ ਹੈਰਾਨ ਆ ਕਿ ਸ਼ਾਇਦ ਮੈਨੂੰ ਮੇਰੀ ਨੌਲੇਜ ਪੂਰੀ ਹੋਵੇ ਨਾ ਹੋਵੇ, 2 ਅਕਤੂਬਰ ਨੂੰ ਜਦੋਂ ਗਾਂਧੀ ਜਯੰਤੀ ਹੁੰਦੀ ਤਾਂ ਸ਼ਾਇਦ ਉਸ ਦਿਨ ਠੇਕੇ ਬੰਦ ਹੁੰਦੇ ਆ ਜੀ। ਤੇ ਕੀ ਉਹ ਉਹਨਾਂ ਦੀ ਜਿਹੜੀ ਆਗਿਆ ਗੁਰੂ ਅਰਜਨ ਦੇਵ ਜੀ ਤੋਂ ਵੀ ਉੱਤੇ ਹੋ ਗਈ ਗਾਂਧੀ ਜੀ? ਮਤਲਬ ਸਾਨੂੰ ਅੱਜ ਔਰ ਇਹ ਵੀ ਨਹੀਂ ਕਿ ਕਿਸੇ ਨੇ ਮੰਗ ਨਹੀਂ ਕੀਤੀ, ਕਾਫੀ ਦਿਨਾਂ ਤੋਂ ਇਹ ਸੋਸ਼ਲ ਮੀਡੀਆ ਤੋਂ ਵੀ ਮੰਗ ਦਿੱਤੀ ਗਈ ਕਿ ਇਹ ਦਿਨ ਠੇਕੇ ਜਿਹੜੇ ਆ ਸ਼ਰਾਬ ਦੇ ਉਹ ਬੰਦ ਕੀਤੇ ਜਾਣ। ਅਸੀਂ ਸ਼ਰਾਬ ਦੇ ਸ਼ਬੀਲ ਦੇ ਉੱਤੇ ਤਾਂ ਸਾਰੀ ਪਾਬੰਦੀ ਲਾਤੀ ਹੈ, ਬਟ ਅਸੀਂ ਸ਼ਰਾਬ ਨੂੰ ਖੁੱਲ੍ਹੇਆਮ ਵੇਚ ਰਹੇ ਹਾਂ। ਔਰ ਅੱਜ ਸ਼ਹੀਦੀ ਪੁਰਬ ਦੇ ਦਿਨ ਸ਼ਾਮ ਦੇ ਸਮੇਂ ਤੁਸੀਂ ਖੁਦ ਵੀ ਚਲੋ ਕਹਿੰਦਾ ਹੈ ਕਿ ਦੇਖ ਲਿਓ ਕਿ ਕੀ ਹਾਲ ਹੋਣਾ ਚਾਹੀਦਾ। ਬਿਲਕੁਲ ਜੀ। ਤੇ ਅਸੀਂ ਸੇਧ ਸਰਕਾਰ ਵੱਲੋਂ ਕੀ ਸੇਧ ਦੇਣੀ ਆ, ਉਲਟਾ ਦੂਜੇ ਰਸਤੇ ਲੈ ਕੇ ਜਾ ਰਹੇ ਆ, ਤੇ ਬਹੁਤ ਮੇਰੇ ਹਿਸਾਬ ਨਾਲ ਮਾੜੀ ਗੱਲ ਹੈ ਜੀ ਸਰਕਾਰ ਵਾਸਤੇ। ਦੇਖੋ ਅਸੀਂ ਤਾਂ ਇਹ ਕਹਿੰਦੇ ਆ ਕਿ ਚਾਹੇ ਕੋਈ ਵੀ ਇਦਾਂ ਦਾ ਕਿਸੇ ਵੀ ਗੁਰੂ ਮਹਾਰਾਜ ਦਾ ਕੋਈ ਵਿਸ਼ੇਸ਼ ਦਿਨ ਹੋਵੇ, ਜੇ ਉਸ ਦਿਨ ਠੇਕੇ ਬੰਦ ਕਰ ਦਿੱਤੇ ਜਾਣ ਤਾਂ ਕੋਈ ਘਾਟਾ ਨਹੀਂ ਪੈ ਸਕਦਾ, ਕਿਉਂਕਿ ਜਿਹੜੀ ਸੇਲ ਹੋਣੀ ਆ ਉਦੋਂ ਨਹੀਂ ਹੋਏਗੀ, ਅਗਲੇ ਦਿਨ ਹੋ ਜਾਏਗੀ। ਕੋਈ ਇੰਨਾ ਵੀ ਸਰਕਾਰ ਪਿੱਛੇ ਨਹੀਂ, ਹੁਣ ਇੰਨੇ ਦਿਨ ਬੰਦ ਰੱਖਣੇ ਹੀ ਪਏ ਨਾ, ਆਫਟਰ ਠੇਕੇ ਬੰਦ ਰਹੇ ਆ ਤੇ ਕੀ ਹੋ ਗਿਆ ਕਿਤੇ ਸਰਕਾਰਾਂ ਦੇ ਕੋਲ ਬੱਚਾ ਜੀ ਹੋਰ ਬਹੁਤ ਸੋਰਸਸ ਹੁੰਦੇ ਨੇ ਇਨਕਮ ਦੇ। ਬਿਲਕੁਲ। ਸਰਕਾਰਾਂ ਕੋਲ ਬਹੁਤ ਸੋਚ ਆ ਵੀ ਕੱਲੀ ਆਪਾਂ ਨਿਕਰ ਦੇ ਉੱਤੇ ਤਾਂ ਨਹੀਂ ਉਹ ਬੈਠੇ ਨੇ ਕਿ ਇਹਦੀ ਕਮਾਈ ਵੀ ਕਰਨੀ, ਹੋਰ ਬਹੁਤ ਸੋਰਸ ਨੇ। ਬਿਲਕੁਲ ਸਹੀ ਗੱਲ ਆ ਜੀ। ਤੇ ਪਰ ਇੱਕ ਦਿਨ ਨੂੰ ਛੱਡ ਦੇਣਾ ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਸਾਲ ਦੇ ਵਿੱਚ ਜੇ 20 ਦਿਨ 25 ਦਿਨ 30 ਦਿਨ ਕੋਈ ਇਹੋ ਜਿਹੇ ਤਿਉਹਾਰ ਹੁੰਦੇ ਨੇ ਜਿੱਥੇ ਸਾਰੇ ਧਰਮਾਂ ਦੀ ਕੋਈ ਸ਼ਰਧਾ ਜੁੜੀ ਹੁੰਦੀ ਆ, ਤੇ ਜੇ ਉਹਨਾਂ ਨੂੰ ਬੰਦ ਵੀ ਕਰ ਦਿੱਤਾ ਜਾਵੇ ਤਾਂ ਕੋਈ ਐਡਾ ਹਰਜ ਨਹੀਂ ਹੈਗਾ। ਮੇਰੇ ਹਿਸਾਬ ਨਾਲ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਆਉਣੀ ਚਾਹੀਦੀ ਆ, ਤੇ ਮੀਡੀਆ ਨੂੰ ਵੀ ਬੇਨਤੀ ਆ ਕਿ ਇਸ ਗੱਲ ਨੂੰ ਚਲੋ ਵੱਧ ਤੋਂ ਵੱਧ ਜਿੰਨਾ ਵੀ ਹੈ ਸਰਕਾਰ ਦੇ ਧਿਆਨ 'ਚ ਲਿਆਓ ਜੀ। ਹਾਂਜੀ, ਤਾਂ ਕਿ ਅੱਗੇ ਵਾਸਤੇ ਜਿਹੜੇ ਹੋਰ ਦਿਨ ਆਉਂਦੇ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਦਾ ਜਿਹੜਾ ਉਹ ਥੋੜੇ ਦਿਨਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆ ਜਾਣਾ, ਹੋਰ ਵੀ ਮੋਰੇ ਦਿਨ ਆਉਣੇ ਨੇ, ਜਨਮ ਅਸ਼ਟਮੀ ਵੀ ਆਉਣੀ ਹੈ ਜੀ ਥੋੜੇ ਦਿਨਾਂ ਤੱਕ, ਅਗਲੇ ਸ਼ਰਮਨ ਹਾਜ਼ਰੀ ਦਾ ਇੱਕ ਕਾਫੀ ਸਰਵ ਸਾਂਝੇ ਕੋਈ ਤਿਉਹਾਰ ਚਲੋ ਜਾਂ ਕੋਈ ਸ਼ਹੀਦੀ ਦਿਨ, ਕੋਈ ਚਲੋ ਅਵਤਾਰ ਪੁਰਬ ਬਹੁਤ ਆਉਣੇ ਨੇ, ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਉਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਆ। ਧਰਮਾਂ ਦੇ ਬਹੁਤ ਧਰਮ ਨੇ ਕਿ ਹਰ ਵਰਗ ਦੇ ਆਪਣੇ ਦਿਨ ਤਿਉਹਾਰ ਆਪਣੀ ਸ਼ਰਧਾ ਅਨੁਸਾਰ ਮਨਾਏ ਜਾਂਦੇ ਨੇ, ਹਰ ਇੱਕ ਦੀ ਸ਼ਰਧਾ ਹੁੰਦੀ ਹੈ। ਬਿਲਕੁਲ ਜੀ। ਤੇ ਜੇ ਇਹਨੂੰ ਆਪਾਂ ਇੱਕ ਦਿਨ ਬੰਦ ਕਰ ਦਈਏ ਮੇਰੇ ਹਿਸਾਬ ਨਾਲ ਕੋਈ ਹਰਜ ਨਹੀਂ, ਤੇ ਪਰ ਇਹ ਸਰਕਾਰ ਲਈ ਬਹੁਤ ਮਾੜੀ ਗੱਲ ਹੈ। ਮੈਂ ਫਿਰ ਤੋਂ ਕਹਾਂਗਾ ਜੀ ਇਹਨੇ ਕੀ ਬੇਨਤੀ ਕਰਵਾਉਣਾ ਜੀ। ਧੰਨਵਾਦ ਜੀ ਕਾਲ ਕਰਨ ਦੇ ਲਈ। ਤੁਸੀਂ ਬਹੁਤ ਅੱਛੀ ਜਿਹੜੀ ਹੈ ਜਾਣਕਾਰੀ ਆ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਆ।
ਤੇ ਨਾਲ ਜਿਹੜੀ ਇਹਨਾਂ ਦੀ ਗੱਲ ਸੀ ਕਿ ਵੀ ਜਿਹੜੇ ਠੇਕੇ ਆ ਤਾਂ ਇਦਾਂ ਦੀ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਬੰਦ ਰੱਖਣੀਆਂ ਸਰ ਤੁਸੀਂ ਚਾਹੀਦੀਆਂ। ਆਪਾਂ ਇੱਥੇ ਦੇਖ ਸਕਦੇ ਆ, ਅਸੀਂ ਆਪ ਸਰਕਾਰ ਚੁਣੀ ਆ ਹਨਾ, ਸਾਡਾ ਹੱਕ ਆ ਸਰਕਾਰ ਚੁਣਨ ਦਾ, ਪਰ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਆਪਣੀ ਜਨਤਾ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਤੇ ਖਰਾ ਉਤਰੀਏ। ਤੁਸੀਂ ਦੇਖੋ ਠੇਕੇ ਬੰਦ ਸੀ, ਸਰਕਾਰ ਦੇ ਜਿਹੜੇ ਆਪਣੇ ਨੁਮਾਇੰਦੇ ਆ ਉਹ ਵੀ ਇਸ ਗੱਲ ਦੀ ਗੁਹਾਰ ਲਗਾ ਰਹੇ ਸੀ ਕਿ ਠੇਕੇ ਖੁੱਲਣੇ ਚਾਹੀਦੇ ਆ, ਜਦ ਕਿ ਸਾਡੀ ਆਪਣੀ ਜਿਹੜੀ ਪੰਜਾਬ ਸਰਕਾਰ ਦੀ ਜੇਕਰ ਅਸੀਂ ਗੱਲ ਕਰੀਏ, ਕਿੰਨੇ ਜ਼ਿਆਦਾ ਜਿਹੜੇ ਮੰਤਰੀ ਜਾਂ ਉਹਨਾਂ ਤੋਂ ਛੋਟੇ ਅਧਿਕਾਰੀ ਹੈਗੇ ਨੇ ਜਿਹੜੇ ਕਿ ਸਿੱਖੀ ਨਾਲ ਜੁੜੇ ਹੋਏ ਨੇ, ਆਪਣੇ ਆਪ ਨੂੰ ਮਤਲਬ ਅਸੀਂ ਸਿੱਖ ਧਰਮ ਦੇ ਕਹਿ ਲਓ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਸਿੱਖ ਧਰਮ ਦੇ ਜਿਹੜੇ ਨਾਲ ਜੁੜੇ ਹੋਏ ਆ ਹਨਾ, ਅਸੀਂ ਸਿੱਖ ਆ। ਤੁਸੀਂ ਇਹ ਦੇਖੋ ਕੋਈ ਕਿਸੇ ਨੇ ਆਵਾਜ਼ ਉਠਾਈ, ਕੋਈ ਅਖਬਾਰਾਂ ਦੇ ਵਿੱਚ, ਕੋਈ ਟੀਵੀ ਦੇ ਵਿੱਚ, ਕੋਈ ਸੋਸ਼ਲ ਮੀਡੀਆ ਤੇ ਕਿਤੇ ਵੀ ਕਹਿ ਲੋ ਕਿ ਆਵਾਜ਼ ਇਹ ਨਹੀਂ ਉਠਾਈ ਗਈ ਕਿ ਅੱਜ ਦੇ ਦਿਨ ਜਿਹੜੇ ਠੇਕੇ ਆ ਉਹ ਬੰਦ ਹੋਣੇ ਚਾਹੀਦੇ। ਬਹੁਤ ਸਾਰਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਹ ਸ਼ਹੀਦੀ ਪੁਰਬ ਆ, ਸ਼ਹੀਦੀ ਪੁਰਬ ਹੈ। ਉਹੀ ਤਾਂ ਗੱਲ, ਤੁਸੀਂ ਇਹ ਦੇਖੋ ਕੋਈ ਐਕਟਰ ਦੀ ਡੈਥ ਹੁੰਦੀ ਆ, ਅਸੀਂ ਉਹਨਾਂ ਦੇ ਵਿਰੋਧ ਚ ਨਹੀਂ ਬੋਲ ਰਹੇ, ਕੋਈ ਉਹਨਾਂ ਦਾ ਜਨਮ ਦਿਨ ਹੁੰਦਾ, ਸੋਸ਼ਲ ਮੀਡੀਆ ਕਹਿ ਲੋ ਕਿ ਇਦਾਂ ਉਹਨਾਂ ਨੂੰ ਮਤਲਬ ਹੱਥਾਂ ਤੇ ਚੱਕ ਕੇ ਰੱਖਦੀ ਆ ਕਿ ਜਿੱਦਾਂ ਉਹਨਾਂ ਤੋਂ ਬਿਨਾਂ ਸਾਡੇ ਸੰਸਾਰ ਦਾ ਕਹਿ ਲੋ ਕਿ ਮਤਲਬ ਅਸੀਂ ਚੱਲ ਹੀ ਨਹੀਂ ਸਕਦੇ। ਪਰ ਜੇਕਰ ਤੁਸੀਂ ਅਸਲੀ ਜਿਹੜੀ ਕਹਿ ਲੋ ਕਿ ਸ਼ਰਧਾਂਜਲੀ ਦੇਣੀ ਆ ਉਹ ਇਹ ਆ ਜੀ, ਬਿਲਕੁਲ ਅੱਜ ਦੀ ਜਿਹੜੀ ਅੱਜ ਦਾ ਜਿਹੜਾ ਦਿਨ ਹੈ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ, ਆਪਣੀਆਂ ਜਾਨਾਂ ਦਿੱਤੀਆਂ, ਸ਼ਹੀਦੀ ਪਾਈ ਸਾਡੀ ਕੌਮ ਦੇ ਲਈ। ਤੇ ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹਾਂਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਜੀ? ਹੋਰ ਬਸਰਾਵ ਜੀ, ਠੀਕ ਠਾਕ ਜੀ? ਹਾਂਜੀ ਠੀਕ ਹੈ ਜੀ। ਕੌਣ ਬੋਲ ਰਿਹਾ ਜੀ? ਸਰ ਜੀ ਗੁਰਮੀਤ ਸਿੰਘ ਬੋਲ ਰਿਹਾ ਜੀ। ਦੁਬਾਰਾ ਬੋਲੋਗੇ ਜੀ? ਸਰ ਜੀ ਗੁਰਮੀਤ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਸਰ ਜੀ। ਹਾਂਜੀ ਸੁਣਾਓ ਸਰ? ਠੀਕ ਹੈ ਜੀ। ਅੱਜ ਦੇ ਵਿਸ਼ੇਸ਼ ਦਿਨ ਦੇ ਉੱਤੇ ਕੀ ਕਹਿਣਾ ਚਾਹੋਗੇ? ਸਰ ਜੀ ਅੱਜ ਇਹ ਪੰਜਾਬ 'ਚ ਰੌਲਾ ਪੈ ਰਿਹਾ ਵੀ ਕਰਫਿਊ ਲਗਾ ਰਹੇ ਆ ਦੁਬਾਰਾ, ਬਿਲਕੁਲ ਸਾਰਾ ਕੁਝ ਬੰਦ ਕਰਕੇ। ਇਹ ਸਹੀ ਹੈ ਕਿ ਗਲਤ ਹੈ ਜੀ? ਇਹਦੇ ਬਾਰੇ ਪੁੱਛਣਾ ਚਾਹੁੰਦਾ। ਇਹ ਇੱਕ ਜਿਹੜੀ ਆ ਇਹ ਅਫਵਾਹ ਆ ਫਿਲਹਾਲ ਤੱਕ ਤਾਂ, ਕਿਉਂਕਿ ਇਦਾਂ ਦੀ ਅਫੀਸ਼ੀਅਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰ ਦੀ ਹਜੇ ਮੈਨੂੰ ਨਹੀਂ ਲੱਗਦਾ ਪਲੈਨਿੰਗ ਹੈ, ਤੇ ਨਾ ਹੀ ਕੋਈ ਇਦਾਂ ਦੀ ਕੋਈ ਜਿਹੜੀਆਂ ਨੇ ਕੋਈ ਸਰਕਾਰ ਵੱਲੋਂ ਹਿਲਜੁਲ ਜਿਹੜੀ ਆ ਮਤਲਬ ਕੱਲ ਬੈਠਕ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਹੀ ਜਿਹੜਾ ਪਤਾ ਲੱਗਣਾ। ਲੇਕਿਨ ਕੋਈ ਇਦਾਂ ਦੀ ਹਿਲਜੁਲ ਨਹੀਂ ਹੈਗੀ। ਜੇ ਇਦਾਂ ਦੀ ਚੀਜ਼ ਹੁੰਦੀ ਤਾਂ ਫਿਰ ਇਹਨਾਂ ਨੇ ਇੰਨੀ ਜਲਦੀ ਜਿਹੜੀਆਂ ਸੀ ਉਹ ਫਲਾਈਟਾਂ ਤੇ ਜਿਹੜੀਆਂ ਟ੍ਰੇਨਾਂ ਆ ਉਹ ਨਹੀਂ ਸੀ ਚਲਾਉਣੀਆਂ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਇਹ ਚਲਾ ਕੇ 2 ਦਿਨ ਬਾਅਦ ਦੁਬਾਰਾ ਬੰਦ ਕਰਨੀ ਜਾਂ 3 ਦਿਨ ਬਾਅਦ ਦੁਬਾਰਾ ਬੰਦ ਕਰਨੀਆਂ ਹੋਣ। ਇਸ ਕਰਕੇ ਇਹਨਾਂ ਨੇ, ਕਿਉਂਕਿ ਕੰਮ ਜਿਹੜਾ ਆ ਹੁਣ ਚੱਲਦਾ ਰਹੇਗਾ, ਬਹੁਤ ਰੇਅਰ ਚਾਂਸ ਆ ਕਿ ਦੁਬਾਰਾ ਜਿਹੜਾ ਆ ਕਰਫਿਊ ਲਗਾਇਆ ਜਾਵੇ ਜਾਂ ਲੋਕਡਾਊਨ ਵਧਾਇਆ ਜਾਵੇ। ਲੋਕਡਾਊਨ ਵੱਧ ਸਕਦਾ ਆ, ਲੇਕਿਨ ਜਿਹੜਾ ਕਰਫਿਊ ਆ ਉਹ ਲਗਾਇਆ ਜਾਵੇ। ਲੇਕਿਨ ਜੇ ਸਥਿਤੀ ਹਾਲਾਤ ਤੋਂ ਬਾਹਰ, ਜਿਹੜੇ ਹਾਲਾਤ ਆ ਉਸ ਤੋਂ ਬਾਹਰ ਹੁੰਦੇ ਦੀਦੇ ਆਪਣੇ ਹੱਥ ਤੋਂ, ਤਾਂ ਫੇਰ ਹੋ ਸਕਦਾ ਹੈ ਕਿ ਸਰਕਾਰ ਇਦਾਂ ਸਟੈਪ ਲਵੇ। ਲੇਕਿਨ ਆਪਾਂ ਨੂੰ ਲੋੜ ਆ ਕਿ ਆਪਾਂ ਇਸ ਚੀਜ਼ ਤੋਂ ਬਚ ਕੇ ਰਹੀਏ ਤੇ ਸੋਸ਼ਲ ਡਿਸਟੈਂਸ ਦੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਪਾਲਣਾ ਕਰਦੇ ਰਹੀਏ ਤਾਂ ਕਿ ਇਸ ਅਲਾਮਤ ਤੋਂ ਦੂਰ ਰਹੀਏ। ਪਰ ਸੋਸ਼ਲ ਡਿਸਟੈਂਸ ਦਾ ਬੱਸਾ ਸਾਹਿਬ ਕੋਈ ਰੱਖ ਨਹੀਂ ਰਿਹਾ ਹੁਣ। ਉਹ ਅੱਗੇ ਵਾਲਾ ਹੈ ਹੀ ਨਹੀਂ ਕਿ ਲੋਕਾਂ ਦੇ ਮਨ 'ਚ ਜੋ ਅੱਗੇ ਡਰ ਸੀ ਕਰੋਨਾ ਦਾ, ਉਹ ਇਦਾਂ ਦਾ ਨਿਕਲ ਕੇ ਲੋਕੀ ਕੋਈ ਇਹ ਦੇਖ ਨਹੀਂ ਰਹੇ ਵੀ ਕੋਈ ਪਰਹੇਜ਼ ਨਹੀਂ ਰੱਖ ਰਹੇ, ਕੋਈ ਵੀ ਇਦਾਂ ਖਤਮ ਹੋ ਰਿਹਾ, ਕੋਈ ਸੋਸ਼ਲ ਡਿਸਟੈਂਸ ਖਤਮ ਹੋ ਗਿਆ ਹਰੇਕ। ਨਹੀਂ ਰੱਖਦੇ ਪਏ ਜੀ। ਇਸੇ ਕਰਕੇ ਜਿਹੜਾ ਆ ਇਹ ਪ੍ਰਕੋਪ ਜਿਹੜਾ ਆ ਵੱਧਦਾ ਪਿਆ। ਤੁਸੀਂ ਜਲੰਧਰ ਦੇਖ ਲਓ ਕਿ ਬਾਜ਼ਾਰਾਂ ਦੇ ਵਿੱਚ ਵੀ ਕੀ ਹਾਲ ਨੇ ਤੇ ਗਿਣਤੀ ਵੀ ਕਿਸ ਹਿਸਾਬ ਦੇ ਨਾਲ ਆ ਰਹੀ ਆ। ਜਿਸ ਸ਼ਹਿਰ ਦੇ ਵਿੱਚ ਇੱਕ ਕੇਸ ਐਂਟਰ ਹੋ ਜਵੇ, ਉੱਥੇ ਕਿਸ ਤਰੀਕੇ ਨਾਲ ਜੋ ਪੋਜੀਸ਼ਨ ਚੱਲਦੀ ਪਈ ਆ, ਕਿਸ ਤਰੀਕੇ ਨਾਲ ਉੱਥੋਂ ਵਧਣਗੇ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਬਿਲਕੁਲ ਹਾਂਜੀ, ਇਹ ਤਾਂ ਫਗਵਾੜੇ ਜੀ ਬਰਾੜ ਸਾਹਿਬ ਨੇ ਤਾਂ ਬਹੁਤ ਆਪਣੇ ਵੱਲੋਂ ਹਿੰਮਤ ਕੀਤੀ, ਵਿਚਾਰਿਆਂ ਨੇ ਸਾਰਾ ਦਿਨ ਸਾਰੀ ਰਾਤ ਨਹੀਂ ਸੁੱਤੇ। ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਬਹੁਤ ਜ਼ਿਆਦਾ ਕੀਤਾ। ਨਹੀਂ, ਪ੍ਰਸ਼ਾਸਨ ਨਹੀਂ ਸਮਝਦੇ। ਪ੍ਰਸ਼ਾਸਨ ਵਧੀਆ ਕਰ ਰਿਹਾ, ਲੇਕਿਨ ਜਦ ਤੱਕ ਆਪਾਂ ਨਹੀਂ ਸਮਝਾਂਗੇ ਤੇ ਬਗੈਰ ਲੋੜ ਤੋਂ ਬਾਜ਼ਾਰਾਂ ਵਿੱਚ ਜਾਣਾ ਨਹੀਂ ਛੱਡਾਂਗੇ, ਉਦੋਂ ਤੱਕ ਕਿੱਦਾਂ ਪੋਸੀਬਲ ਆ? ਪੋਸੀਬਲ ਕਸਟਮਰ ਹੀ ਨਹੀਂ ਸਮਝਦਾ ਜਿਹੜਾ ਕੋਈ ਵੀ ਆ ਰਿਹਾ। ਮੈਂ ਉਹੀ ਗੱਲ ਕੀਤੀ, ਆਪਾਂ ਲੋਕ ਤਾਂ ਹੀ ਕਹਿਤਾ ਜੀ, ਵਿੱਚੇ ਕਸਟਮਰ ਆ, ਵਿੱਚੇ ਤੁਸੀਂ ਆ, ਵਿੱਚੇ ਮੈਂ ਆ। ਹਾਂਜੀ, ਆਪਾਂ ਲੋਕ ਜਿਹੜੇ ਨੇ ਆਪਾਂ ਨਹੀਂ ਸਮਝਦੇ ਪਏ ਪੂਰਾ ਉੱਪਰ। ਤੁਸੀਂ ਇਸ ਗੱਲ ਪਿੱਛੇ ਡਰ ਵੀ ਲੱਗਦਾ ਵਾ ਜਿੱਦਾਂ ਵਧੀ ਜਾ ਰਹੇ ਕੇਸਿਸ। ਹਾਂਜੀ ਇਹ ਚੀਜ਼ਾਂ ਆ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਠੀਕ, ਓਕੇ। ਦੇਖੋ ਜੋ ਕੇਸ ਵੱਧਦੇ ਪਏ ਨੇ ਉਹਨੂੰ ਲੈ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਜਿਹੜਾ ਆ ਉਹ ਪੈਦਾ ਹੋ ਜਾਂਦਾ। ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਬਰਾੜ ਸਾਹਿਬ ਜਿਹੜਾ ਦਿਨ ਰਾਤ ਡਿਊਟੀ ਦੇ ਰਹੇ ਨੇ, ਉਸ ਗੱਲ ਤੋਂ ਇੱਕ ਗੱਲ ਯਾਦ ਆ ਰਹੀ ਹੈ ਤੇ ਇੱਕ ਖਬਰ ਵੀ ਜਿਹੜੀ ਆ ਰਹੀ ਸੀ ਕਿ ਰਾਜਾ ਸੰਸੀ ਜਿਹੜਾ ਹਵਾਈ ਅੱਡਾ ਹੈਗਾ, ਉੱਥੇ ਜਿਹੜੇ ਪੁਲਿਸ ਅਧਿਕਾਰੀਆਂ ਦੀ ਜਾਂ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਨਾ, ਉਹਨਾਂ ਦੇ ਲਈ ਕਹਿ ਲਓ ਕਿ ਇੰਨੀ ਕਿ ਜ਼ਿਆਦਾ ਉਹਨਾਂ ਦੇ ਨਾਲ ਤਸ਼ੱਦਦ ਕਹਿ ਸਕਦੇ ਢਾਏ ਜਾ ਰਹੇ ਕਿ ਉਹਨਾਂ ਨੂੰ ਡਿਊਟੀ ਜਿਹੜੀ ਸਮੇਂ ਨਾਲੋਂ ਵੱਧ ਦੇਣ ਦੇ ਲਈ ਕਿਹਾ ਜਾ ਰਿਹਾ, ਤੇ ਉੱਥੇ ਜਿਹੜੇ ਉਹ ਅਧਿਕਾਰੀ ਆ ਜਾਂ ਫਿਰ ਡਾਕਟਰ ਨੇ ਉਹ ਖੁਦ ਬੇਹੋਸ਼ ਹੋ ਰਹੇ ਨੇ।
ਹਾਂ ਗਰਮੀ ਬਹੁਤ ਆ ਬਿਲਕੁਲ, ਕਿਉਂਕਿ ਉਹ ਜਿਹੜੀਆਂ ਪੀਪੀ ਕਿੱਟਾਂ ਪਾਈਆਂ ਹੋਈਆਂ ਨੇ ਉਹਨਾਂ 'ਚ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਹੈ, ਇੰਨੀ ਜ਼ਿਆਦਾ ਗਰਮੀ ਚੱਲ ਰਹੀ ਹੈ, ਏਸੀ ਨਹੀਂ ਚੱਲਦੇ, ਇਸ ਕਰਕੇ ਉੱਥੇ ਜਿਹੜੀ ਜ਼ਿਆਦਾ ਡੀਹਾਈਡਰੇਸ਼ਨ ਜਿਹੜੀ ਆ ਹੋ ਜਾਂਦੀ ਹੈ, ਪਾਣੀ ਦੀ ਘਾਟ। ਮਤਲਬ ਕਹਿ ਸਕਦੇ ਕਿ ਸਿਹਤ ਵਿਭਾਗ ਦੀ ਇੱਕ ਨਲਾਇਕੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਜੇਕਰ ਤੁਹਾਡੇ ਕੋਲ ਮਤਲਬ ਸਟਾਫ ਹੈਗਾ ਤਾਂ ਤੁਹਾਨੂੰ ਚਾਹੀਦਾ ਕਿ ਉਹ ਨਿਰਧਾਰਿਤ ਸਮੇਂ ਕੀਤੇ ਜਾਵੇ ਵੀ ਇੰਨੇ ਤੋਂ ਇੰਨੇ ਤੁਸੀਂ ਡਿਊਟੀ ਦੇਣੀ ਹੈ। ਜੇਕਰ ਤੁਸੀਂ ਇੱਕ ਵਿਅਕਤੀ ਨੂੰ ਹੀ 24 ਘੰਟੇ ਕਹਿ ਲਓ ਕਿ ਡਿਊਟੀ ਤੇ ਰੱਖੋਗੇ ਤਾਂ ਫਿਰ ਗਰਮੀ ਕਾਰਨ ਇਹ ਹਾਲ ਤਾਂ ਹੋਣੇ ਨੇ। ਉੱਪਰ ਉਹਨਾਂ ਨੇ ਜਿਹੜੀਆਂ ਕਿੱਟਾਂ ਪਾਈਆਂ ਹੋਈਆਂ ਨੇ ਉਹਦੇ ਵਿੱਚ ਹਵਾ ਵੀ ਨਹੀਂ ਕ੍ਰਾਸ ਹੋ ਰਹੀ। ਮਤਲਬ ਤੁਸੀਂ ਇਹ ਦੇਖੋ ਕਿ ਬਣੀ ਇਸ ਤਰ੍ਹਾਂ ਹੁੰਦੀ, ਜੇ ਹਵਾ ਕ੍ਰਾਸ ਹੋ ਜਾਏਗੀ ਤਾਂ ਫਿਰ ਤਾਂ ਕਿੱਟ ਨਹੀਂ ਰਹਿਣੀ, ਇਸ ਕਰਕੇ ਉਹ ਬਣੀ ਉਹ ਵੀ ਗੱਲ ਕਰ ਰਹੇ ਨੇ। ਪਰ ਫਿਰ ਇੰਨੇ ਸਮੇਂ ਦੇ ਲਈ ਤੁਹਾਨੂੰ ਇੱਕ ਜਗ੍ਹਾ ਬੰਦ ਰਹਿਣਾ ਬੜਾ ਮੁਸ਼ਕਿਲ ਹੈ, ਪਰ ਤੁਸੀਂ ਡਿਊਟੀ ਦੇਣੀ ਹੈ। ਥੋੜੀ ਡਿਊਟੀ ਤੋਂ ਬਾਅਦ ਰੈਸਟ ਚਾਹੀਦੀ ਹੈ, ਰੈਸਟ ਜ਼ਰੂਰ ਚਾਹੀਦੀ ਹੈ, ਕਿਉਂਕਿ ਇਹ ਵੀ ਕਹ ਲੋ ਕਿ ਸਾਡੇ ਵਾਂਗੂ ਇਨਸਾਨ ਹੀ ਨੇ, ਇਹਨਾਂ ਨੂੰ ਅਸੀਂ ਕੀ ਕਹਿੰਦੇ ਕਿ ਰੋਬੋਟ ਤਾਂ ਕਹਿ ਨਹੀਂ ਸਕਦੇ ਕਿ ਅਸੀਂ ਇਹਨਾਂ ਤੋਂ ਜਿੰਨਾ ਟਾਈਮ ਲੈਣਾ ਚਾਹੁੰਦੇ, ਜਿੰਨਾ ਸਮਾਂ ਲੈਣਾ ਚਾਹੁੰਦੇ ਅਸੀਂ ਲੈ ਸਕਦੇ ਹਾਂ, ਹਨਾ। ਤੇ ਇੱਥੇ ਇਹਨਾਂ ਬਾਰੇ ਵੀ ਜਿਹੜਾ ਸੋਚਣਾ ਉਹ ਬਣਦਾ ਹੈ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਕਿ ਅੱਜ ਜਿਹੜਾ ਬਾਬਾ ਜੀ ਦਾ ਸ਼ਹੀਦੀ ਪੁਰਬ ਹੈਗਾ ਤੇ ਉਸ ਤੇ ਜਿਹੜੇ ਸ਼ਬੀਲਾਂ ਬੰਦ ਨੇ ਤਾਂ ਜਿਹੜੇ ਠੇਕੇ ਨੇ ਖੁੱਲੇ ਹੋਏ ਨੇ। ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ ਇਸ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦੇ ਨੰਬਰ ਜਿਹੜੇ ਕਿ ਚੱਲ ਰਹੇ ਨੇ 01824 508 709, ਦੂਸਰਾ ਨੰਬਰ ਹੈਗਾ ਜੀ 01824 380 113। ਤੁਸੀਂ ਇੱਥੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਉਹ ਸਾਂਝੇ ਕਰ ਸਕਦੇ ਹੋ। ਤੇ ਜਿੱਥੇ ਮਨਪ੍ਰੀਤ ਕਿ ਪੁਲਿਸ ਦੀਆਂ ਹੋਰ ਡਿਊਟੀਆਂ ਲੱਗੀਆਂ ਹੋਈਆਂ ਨੇ, ਲੇਕਿਨ ਇਹਨਾਂ ਦਿਨਾਂ ਵਿੱਚ ਵੀ ਜਦੋਂ ਕੋਈ ਪ੍ਰੋਟੈਸਟ ਹੋਣ ਲੱਗ ਪੈਂਦੇ ਆ ਤਾਂ ਉਹਦੀ ਡਿਊਟੀ ਜਿਹੜੀ ਆ ਹੋਰ ਵੱਧ ਜਾਂਦੀ ਆ। ਉਹ ਕਿਉਂਕਿ ਪਹਿਲਾਂ ਤਾਂ ਜਿਹੜੇ ਆ ਲੋਕਡਾਊਨ ਦੀ ਪਾਲਣਾ ਕਰਵਾਉਣੀ ਜਾਂ ਲੋਕੀ ਸੋਸ਼ਲ ਡਿਸਟੈਂਸ ਰੱਖਣ, ਉਹਨਾਂ ਦਾ ਖਿਆਲ ਰੱਖਣਾ, ਕਿਤੇ ਕੋਈ ਦੁਕਾਨਦਾਰ ਗਲਤੀਆਂ ਤਾਂ ਨਹੀਂ ਕਰਦਾ ਉਹਨਾਂ ਦਾ ਖਿਆਲ ਰੱਖਣਾ। ਇਨ ਬਿਟਵੀਨ ਇੱਕ ਐਪੀਸੋਡ ਸਾਹਮਣੇ ਆਇਆ ਕਿ ਆਪਣੇ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਪ੍ਰੋਟੈਸਟ ਕੀਤਾ, ਜੋ ਕਬੱਡੀ ਖਿਡਾਰੀ ਦੀ ਮੌਤ ਹੋਈ ਸੀ। ਬਹੁਤ ਦੁਖਦਾਈ ਖਬਰ ਸੀ ਕਿ ਠੀਕ ਹੈ ਉੱਥੇ ਪੁਲਿਸ ਅਧਿਕਾਰੀ ਵੱਲੋਂ ਉਹਦੀ ਗੋਲੀ ਮਾਰੀ ਗਈ ਸੀ ਤੇ ਉੱਥੇ ਪੂਰੀ ਕਾਰਵਾਈ ਨਾ ਹੋਣ ਕਰਕੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਉਹ ਅਰੈਸਟ ਕਰ ਲਿਆ। ਹਾਂਜੀ, ਮਤਲਬ ਤੁਸੀਂ ਇਹ ਦੇਖੋ, ਸੱਚ ਬੋਲੋਗੇ ਤਾਂ ਫੜ ਹੋਵੋਗੇ, ਝੂਠ ਬੋਲੋਗੇ ਤਾਂ ਨਾਲ ਹੀ ਚੱਲਾਂਗੇ, ਉਹ ਸਿਸਟਮ ਚੱਲ ਰਿਹਾ ਹੈ। ਲੇਕਿਨ ਉਹ ਚੱਕਰ ਇਹ ਸੀ ਉਹਨਾਂ ਦਾ ਅਰੈਸਟ ਇਸ ਚੀਜ਼ ਕਰਕੇ ਕੀਤਾ ਗਿਆ ਕਿ ਲੋਕਡਾਊਨ ਦੇ ਵਿੱਚ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ, ਤੁਸੀਂ ਇਹ ਕਹਿ ਲਓ ਕਿ ਕੋਈ ਵੀ ਮੂਵਮੈਂਟ ਜਾਂ ਕੁਝ ਨਹੀਂ ਚਲਾ ਸਕਦੇ, ਤੁਹਾਨੂੰ ਸੋਸ਼ਲ ਡਿਸਟੈਂਸ ਹਰੇਕ ਚੀਜ਼ ਦਾ ਜਿਹੜਾ ਆ ਉਹ ਖਿਆਲ ਰੱਖਣਾ ਉਹ ਪਏਗਾ। ਸਿੱਧੀ ਜੀ ਗੱਲ ਹੈ ਕਿ ਤੁਸੀਂ ਆਵਾਜ਼ ਵੀ ਨਹੀਂ ਉਠਾ ਸਕਦੇ। ਹਾਂ, ਤੁਸੀਂ ਨਹੀਂ ਉਠਾ ਸਕਦੇ। ਮਤਲਬ ਜਿਹੜੇ ਇਦਾਂ ਦੇ ਕੰਮ ਹੈਗੇ ਆ ਜਿਹੜਾ ਮਤਲਬ ਕਿ ਇਦਾਂ ਹੁਣ ਮੌਤ ਵੀ ਹੋਈ ਆ ਜਾਂ ਫਿਰ ਕੋਈ ਹੋਰ ਅਸੀਂ ਮੁੱਦਾ ਲੈ ਕੇ ਜਿਹਨੂੰ ਅਸੀਂ ਉਭਾਰਨ ਦੀ ਕੋਸ਼ਿਸ਼ ਕਰਦੇ ਆ, ਸਰਕਾਰ ਚਾਹੁੰਦੀ ਹੈ ਕਿ ਅਸੀਂ ਚੁੱਪ ਹੀ ਰਹੀਏ। ਹਾਂਜੀ, ਹੈਨਾ। ਫਿਲਹਾਲ ਉਹ ਸਾਡੇ ਜਿਹੜਾ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ ਕਿਉਂਕਿ ਲੋਕਡਾਊਨ ਲੱਗਿਆ। ਮੈਨੂੰ ਲੱਗਦਾ ਕਿ ਜਦੋਂ ਦੀ ਸਰਕਾਰ ਬਣੀ ਹੈ ਲੋਕਡਾਊਨ ਉਦੋਂ ਦਾ ਹੀ ਲੱਗਿਆ ਹੋਇਆ, ਲੋਕਡਾਊਨ ਨਾਲ ਬੁੱਲਾਂ ਤੇ ਵੀ ਲੱਗਾ ਹੈ ਨਾ। ਤੇ ਮਤਲਬ ਕਿਸੇ ਦੀ ਵੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ। ਹਰ ਇੱਕ ਵਰਗ ਜਿਹੜਾ ਸਰਕਾਰ ਤੋਂ ਇਸ ਸਮੇਂ ਪਰੇਸ਼ਾਨ ਚੱਲ ਰਿਹਾ। ਬੇਸ਼ੱਕ ਅਸੀਂ ਗਰੀਬਾਂ ਦੀ ਗੱਲ ਕਰੀਏ, ਲੋੜਵੰਦਾਂ ਦੀ, ਮਜ਼ਦੂਰਾਂ ਦੀ ਗੱਲ ਕਰੀਏ, ਹੈਨਾ। ਮਤਲਬ ਹੁਣ ਮਿਡਲ ਕਲਾਸ ਵਾਲੇ ਵੀ ਇਸ ਸਮੇਂ ਉਹਨਾਂ ਤੋਂ ਪਰੇਸ਼ਾਨ ਚੱਲ ਰਹੇ ਨੇ। ਸਾਰੇ ਪਰੇਸ਼ਾਨ ਨੇ ਜੀ। ਸਰਕਾਰ ਹੁੰਦੀ ਪਰੇਸ਼ਾਨ ਕਰਨ ਨੂੰ, ਤੁਸੀਂ ਦੇਖ ਲਿਓ ਜਿਹੜੀ ਮਾਰੀ ਸਰਕਾਰ ਹੋਵੇ। ਪਤਾ ਨਹੀਂ ਇਹ ਕੁਰਸੀ ਇਦਾਂ ਦੀ ਆ, ਮਤਲਬ ਚੰਗਾ ਭਲਾ ਇਨਸਾਨ ਵੀ ਇਸ ਕੁਰਸੀ ਤੇ ਆ ਕੇ ਨਾ ਉਦਾਂ ਦਾ ਹੀ ਹੋ ਜਾਂਦਾ। ਮਤਲਬ ਕਿ ਲੋਕਾਂ ਦੀਆਂ ਜਾਂ ਕਿ ਸਾਡੀਆਂ ਵੀ ਜਿਹੜੀਆਂ ਇੱਛਾਵਾਂ ਜ਼ਿਆਦੀਆਂ ਹੁੰਦੀਆਂ ਨੇ ਕਿ ਸਰਕਾਰ ਸਾਡੇ ਲਈ ਆ ਵੀ ਕਰੇ, ਆ ਵੀ ਕਰੇ, ਆ ਵੀ ਕਰੇ। ਉਹ ਸਾਰਾ ਕੁਝ ਨਾ ਤਾਂ ਪੂਰਾ ਕਰ ਸਕਦੇ ਹੁੰਦੇ ਨੇ, ਜੋ ਉਹਨਾਂ ਨੇ ਕਿਹਾ ਹੁੰਦਾ ਉਹਦਾ 10% ਵੀ ਨਹੀਂ ਕਰਦੇ। ਪਰ ਸਰ ਇਹ ਜਿਹੜਾ ਸਾਰਾ ਕੁਝ ਹੈ ਸਾਡੇ ਇੱਥੇ ਹੋ ਰਿਹਾ, ਬਾਹਰ ਵਾਲੀਆਂ ਕੰਟਰੀਆਂ 'ਚ ਨਹੀਂ ਹੋ ਰਿਹਾ। ਨਾ ਉੱਥੇ ਧਰਨੇ ਲੱਗ ਰਹੇ, ਨਾ ਕੋਈ ਆਵਾਜ਼ ਉਠਾ ਰਿਹਾ, ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ। ਇਦਾਂ ਕਿਉਂ? ਦੋ ਚੀਜ਼ਾਂ ਦਾ ਫਰਕ ਆ। ਪਹਿਲੀ ਚੀਜ਼, ਇੱਕੋ ਚੀਜ਼ ਸਭ ਨੂੰ ਵੱਡੀ ਆ, ਉਹ ਇਹ ਆ ਕਿ ਉਹ ਵਿਕਸਿਤ ਦੇਸ਼ ਨੇ, ਅਸੀਂ ਵਿਕਾਸਸ਼ੀਲ ਦੇਸ਼ ਆ। ਕਦੋਂ ਹੋਵਾਂਗੇ ਅਸੀਂ ਵਿਕਸਿਤ? ਇਹ ਆਪਾਂ ਨੂੰ ਹੰਬਲਾ ਮਾਰਨਾ ਪੈਣਾ। ਸਰਕਾਰਾਂ ਸਕੂਲਾਂ ਨੇ ਕੀ ਮਾਰਨਾ ਕਿ ਆਪਾਂ ਆਪਣੇ ਪੈਰ ਦੇ ਉੱਤੇ ਆਪ ਖੜੇ ਹੋ ਕੇ ਆਪਣੇ ਕੰਮ ਆਪਣੇ ਕਰਨ ਲੱਗ ਪਈਏ। ਤੁਸੀਂ ਇੱਥੇ ਦੇਖੋ ਕਿ ਅੱਜ ਆਪਾਂ ਇੱਥੇ ਹਰੇਕ ਚੀਜ਼ ਦੇ ਲਈ ਕਿਸੇ ਨਾ ਕਿਸੇ ਉੱਤੇ ਡਿਪੈਂਡ ਆ। ਤੇ ਜਦੋਂ ਤੁਸੀਂ ਵੀ ਹੁਣ ਇੰਨੀ ਵਾਰੀ ਫੋਰਨ ਜਾ ਕੇ ਆਏ ਹੋ, ਮੈਂ ਵੀ ਇੰਨੀ ਵਾਰੀ ਜਾ ਕੇ ਆਇਆ, ਤੇ ਇੱਥੇ ਤੱਕ ਦੇਖ ਲਓ ਕਿ ਭਾਵੇਂ ਘਰ ਦੇ ਵਿੱਚ ਪੇਂਟ ਕਰਨਾ ਹੋਵੇ ਤਾਂ ਭਾਵੇਂ ਕੋਈ ਵੀ ਆਪਣਾ ਬਿਜ਼ਨਸਮੈਨ ਹੋਵੇ, ਕੋਈ ਹੋਵੇ, ਉਹ ਆਪੇ ਹੀ ਪੂਰਾ ਟੱਬਰ ਜਿਹੜਾ ਪੇਂਟ ਕਰਨ ਲੱਗਿਆ ਹੁੰਦਾ। ਜੇ ਕੋਈ ਪਲੰਬਰ ਦੀ ਲੋੜ ਹੋਵੇ ਖੁਦ ਹੀ ਕਰਨ ਲੱਗਿਆ ਹੁੰਦਾ। ਘਾਹ ਖੁਦ ਵੱਢਣ ਲੱਗੇ ਹੁੰਦੇ ਆ। ਇੱਥੇ ਸਾਡੇ ਘਾਹ ਹੋਇਆ ਹੋਵੇ ਪਾਰਕ ਦੇ ਵਿੱਚ, ਮਾਲੀ ਨੂੰ ਕਹਿੰਦਾ ਕਾਕਾ ਤੂੰ ਆਇਆ ਨਹੀਂ ਪਿਛਲੇ ਹਫ਼ਤੇ, ਤੇ ਘਾਹ ਵੱਢਣ ਵਾਲਾ ਸੀ, ਹਨਾ। ਇਹ ਵਿਕਾਸਸ਼ੀਲ ਤੇ ਵਿਕਸਿਤ ਦੇਸ਼ ਦਾ ਇਹੀ ਫਰਕ ਹੈ। ਤੁਸੀਂ ਕੰਮ ਸਾਰੇ ਆਪ ਕਰਨੇ ਪੈਂਦੇ। ਅਸੀਂ ਜਿੱਥੇ ਆਪਣੇ ਕੰਮ ਆਪ ਕਰਨੇ ਸ਼ੁਰੂ ਕਰ ਦਈਏ, ਨਾਲ ਦੀ ਨਾਲ ਅਸੀਂ ਸਰਕਾਰ ਵੀ ਆਪਣੇ ਕਹਿ ਲਓ ਕਿ ਬਲ ਦੇ ਉੱਤੇ ਬਣਾਈਏ, ਤਾਂ ਹੀ ਸਾਡੀ ਜਿਹੜੀ ਸੁਣਵਾਈ ਆ ਉਹ ਹੋਣੀ ਹੈ। ਅੱਜ ਆਪਾਂ ਹਰੇਕ ਚੀਜ਼ ਨੂੰ ਇਹ ਵੀ ਕਹਿੰਦੇ ਕਿ ਸਰਕਾਰ ਨੇ ਸਾਡੇ ਲਈ ਕੀ ਕੀਤਾ, ਲੇਕਿਨ ਅਸੀਂ ਸਰਕਾਰ ਲਈ ਕੀ ਕੀਤਾ, ਇਹ ਵੀ ਇੱਕ ਕੁਐਸਚਨ ਜਿਹੜਾ ਆ ਉਹ ਬਣਦਾ ਆ। ਪਰ ਅਸੀਂ ਸਰਕਾਰ ਦੇਸ਼ ਲਈ ਕੀ ਕੀਤਾ? ਮੇਰੀ ਗੱਲ ਤੁਸੀਂ ਅਸੀਂ ਚਲੋ ਇਹ ਗੱਲ ਮੰਨਦੇ ਕਿ ਅਸੀਂ ਦੇਸ਼ ਦੇ ਲਈ ਕੀ ਕੀਤਾ। ਜਿਹੜੇ ਟੈਕਸ ਆ ਅਸੀਂ ਪੇ ਕਰ ਰਹੇ ਆ, ਉਹ ਸਾਨੂੰ ਸਰਕਾਰ ਨੇ ਸਾਨੂੰ ਕਿਹਾ ਨਾ ਟੈਕਸ ਪੇ ਕਰਨ ਲਈ, ਅਸੀਂ ਪੇ ਕਰ ਰਹੇ ਆ। ਅਸੀਂ ਗੱਲ ਮੰਨ ਰਹੇ ਹਾਂ, ਸੁਣ ਰਹੇ ਹਾਂ। ਸਰਕਾਰ ਉੱਥੇ ਨਲਾਇਕ ਹੋ ਜਾਂਦੀ ਕਿ ਜਿਹੜਾ ਟੈਕਸ ਪੇ ਕੀਤਾ ਆ, ਉਹ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੇ ਬੰਦੇ ਨੇ ਟੈਕਸ ਦੇਣਾ ਆ ਉਹਨੇ ਰਿਟਰਨਾਂ ਭਰਦੀਆਂ, ਨੋਟਿਸ ਵੀ ਉਹਨੂੰ ਆਉਣੇ ਆ,
ਉਹਨੂੰ ਚੋਰ ਸਮਝਿਆ ਜਾਣਾ। ਜਿਹੜਾ ਬੰਦਾ ਟੈਕਸ ਨਹੀਂ ਭਰਦਾ ਉਹਨੂੰ ਫੰਡਿੰਗ ਵੀ ਦਿੱਤੀ ਜਾਣੀ ਆ ਤੇ ਉਹਨੂੰ ਚੋਰ ਵੀ ਨਹੀਂ ਸਮਝਿਆ ਜਾਣਾ। ਉਹਨੂੰ ਕਿਹਾ ਜਾਣਾ ਸਾਡਾ ਸਹੀ ਨਾਗਰਿਕ ਇਹ ਆ। ਜਿਹੜਾ ਟੈਕਸ ਭਰਦਾ ਉਹਨੂੰ ਚੋਰ ਵੀ ਕਿਹਾ ਜਾਣਾ, ਉਹਨੂੰ ਨੋਟਿਸ ਵੀ ਆਉਣੇ ਆ ਤੇ ਉਹਨੂੰ ਮੈਂਟਲੀ ਹਰਾਸਮੈਂਟ ਵੀ ਜਿਹੜੀ ਆ ਉਹਨੂੰ ਕੀਤਾ ਜਾਣਾ। ਤੇ ਜਿਹੜਾ ਜਿਵੇਂ ਕਿ ਤੁਸੀਂ ਜਾਣਦੇ ਕਿ ਅਸੀਂ ਟੌਪਿਕ ਥੋੜਾ ਜਿਹਾ ਸਾਈਡ ਨੂੰ ਲੈ ਗਏ, ਪਰ ਗੱਲ ਅਸੀਂ ਸਰਕਾਰ ਦੀ ਕਰ ਰਹੇ ਹਾਂ ਤੇ ਸਰਕਾਰ ਨੇ ਕੋਈ ਵੀ ਉਪਰਾਲਾ ਜਿਹੜਾ ਨਹੀਂ ਕੀਤਾ। ਅੱਜ ਦੇ ਦਿਨ ਜਿਹੜੀ ਇੱਕ ਮੰਗ ਰੱਖੀ ਗਈ ਸੀ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਕਿ ਠੇਕੇ ਨੇ, ਮੀਟ ਦੀਆਂ ਸ਼ਾਪਾਂ ਨੇ, ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਪਰ ਜਿਹੜੀ ਸਾਡੇ ਵੱਲੋਂ ਇੱਕ ਰਿਪੋਰਟ ਲਈ ਗਈ ਹੈ ਬਾਜ਼ਾਰ ਦੀ ਕਿ ਸਾਰੀਆਂ ਸ਼ਾਪਾਂ, ਸਾਰੇ ਠੇਕੇ ਜਿਹੜੇ ਸ਼ਰੇਆਮ ਖੁੱਲੇ ਨੇ, ਮਤਲਬ ਸ਼ਰੇਆਮ ਵਿਕਰੀ ਜਿਹੜੀ ਉਹ ਹੋ ਰਹੀ ਹੈ। ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਇਕੱਠ ਕਰਨ ਤੇ ਰੋਕ ਲਾਈ ਗਈ ਹੈ, ਸ਼ਬੀਲਾਂ ਤੇ ਰੋਕ ਲਾਈ ਗਈ ਹੈ। ਤੇ ਮਤਲਬ ਕਹਿ ਲਓ ਕਿ ਕੁੱਲ ਮਿਲਾ ਕੇ ਇਹ ਹੈ ਕਿ ਕਿਸੇ ਵੀ ਵਰਗ ਦੀ ਸੁਣੀ ਨਹੀਂ ਜਾ ਰਹੀ। ਅਸੀਂ ਸਿਰਫ ਤੇ ਸਿਰਫ ਸਿੱਖ ਧਰਮ ਦੀ ਗੱਲ ਨਹੀਂ ਕਰਦੇ, ਹੋਰ ਬਹੁਤ ਸਾਰੇ ਤਿਉਹਾਰ ਨੇ, ਹਰੇਕ ਧਰਮ ਦੇ ਨਾਲ ਸੰਬੰਧਿਤ ਨੇ। ਅਸੀਂ ਸਾਰਿਆਂ ਦੀ ਮਰਿਆਦਾ ਰੱਖਦੇ ਹਾਂ, ਸਾਰਿਆਂ ਦਾ ਮਾਣ ਕਰਦੇ ਹਾਂ ਕਿ ਇਹਨਾਂ ਦਿਨਾਂ ਤੇ ਜਿਹੜੇ 365 ਦਿਨ ਹੁੰਦੇ ਨੇ ਸਾਲ ਦੇ, ਉਹਨਾਂ ਦੇ ਵਿੱਚੋਂ ਕਹਿ ਲਓ ਕਿ ਥੋੜੇ ਦਿਨ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਰੋਕ ਜਿਹੜੀ ਆ ਮਤਲਬ ਉਹ ਹੋਣੀ ਚਾਹੀਦੀ ਆ। ਪਵਿੱਤਰ ਦਿਨ ਜਿਹੜੇ ਹੁੰਦੇ ਨੇ ਹਨਾ, ਤੇ ਇਹਨਾਂ ਦਿਨਾਂ ਤੇ ਕਹਿ ਲਓ ਕਿ ਗੁਰੂ ਰਵਿਦਾਸ ਮਹਾਰਾਜ ਦਾ ਹੋਵੇ, ਭਾਵੇਂ ਗੁਰੂ ਵਾਲਮੀਕੀ ਦਾ ਹੋਵੇ, ਭਾਵੇਂ ਹੋਰ ਸਿੱਖ ਗੁਰੂਆਂ ਦੇ ਹੋਣ, ਹੋਰ ਭਾਵੇਂ ਜਿਹੜੇ ਆਪਣੇ ਹਿੰਦੂ ਦੇਵੀ ਦੇਵਤਾ ਨੇ ਉਹਨਾਂ ਦੇ ਹੋਣ। ਬਿਲਕੁਲ, ਜਿਵੇਂ ਨਰਾਤਿਆਂ ਦੇ ਵੀ ਅਸੀਂ ਗੱਲ ਕਰਦੇ ਹਾਂ, ਫਿਰ ਉੱਥੇ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਜਿਹੜਾ ਪਰਹੇਜ਼ ਰੱਖਦੇ ਹਾਂ ਪ੍ਰੋਪਰ ਤਰੀਕੇ ਨਾਲ। ਜਿਹੜਾ ਕਹਿ ਲਓ ਕਿ ਇੱਕ ਗਾਈਡਲਾਈਨਸ ਬਣਨੀਆਂ ਚਾਹੀਦੀਆਂ ਇਹਨਾਂ ਦਿਨਾਂ ਤੇ ਕਿ ਇਸ ਦਿਨ ਇਹਨਾਂ ਚੀਜ਼ਾਂ ਦੀ ਜਿਹੜੀ ਆ ਮਨਾਹੀ ਆ ਉਹ ਤਾਂ ਕਿ ਅਸੀਂ ਜਿਹੜੇ ਸਾਡੇ ਸ਼ਹੀਦ ਹੈਗੇ ਨੇ, ਸਾਡੇ ਗੁਰੂ ਨੇ, ਅਸੀਂ ਉਹਨਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਭੇਂਟ ਕਰ ਸਕੀਏ। ਹਾਂਜੀ, ਸਾਡੇ ਕਾਲਰ ਜੁੜੇ ਨੇ। ਹੈਲੋ ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਿਹਾ ਜੀ? ਮੈਂ ਨਿਰਮਲ ਸਿੰਘ ਨੂਰ ਬੋਲ ਰਿਹਾ ਜੀ, ਫਗਵਾੜੇ ਸ਼ਹਿਰ ਤੋਂ। ਹਾਂਜੀ ਹਾਂਜੀ, ਨੂਰ ਸਾਹਿਬ ਕੀ ਹਾਲ ਹੈ ਜੀ? ਬੜਾ ਜਾਣਿਆ ਪਛਾਣਿਆ ਨਾਮ ਹੈ ਜੀ ਤੇ ਤੁਹਾਡੀ ਜਗ੍ਹਾ ਦਾ, ਤੇ ਸਿੱਖੀ ਦੇ ਵਿੱਚ ਸੇਵਾ ਦੇ, ਸਿੱਖੀ ਦੀ ਸੇਵਾ ਵਿੱਚ ਇਹਨਾਂ ਦਾ ਬਹੁਤ ਵੱਡਾ ਜਿਹੜਾ ਆ ਉਹ ਯੋਗਦਾਨ ਆ। ਪਹਿਲਾਂ ਤਾਂ ਨੂਰ ਸਾਹਿਬ ਅੱਜ ਬੜਾ ਵਿਸ਼ੇਸ਼ ਦਿਨ ਆ। ਹਾਂਜੀ ਹਾਂਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹਾਂਜੀ, ਤੇ ਇਸ ਦਿਨ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਦਿਨ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਸਰਬੱਤ ਦਾ ਭਲਾ ਮੰਗਿਆ, ਹਾਂਜੀ, ਉੱਥੇ ਉਹ ਮਾਨਵਤਾ ਨੂੰ ਸ਼ਬਦ ਦੀ ਦਾਤ ਦੇ ਕੇ ਗਏ, ਸ਼ਬਦ ਦਾ ਬੀਜ ਬੀਜ ਕੇ ਗਏ ਜੀ। ਜੇ ਮਾਨਵਤਾ ਦੇ ਭਲੇ ਦੀ ਜ਼ਰੂਰਤ ਪਈ ਤੇ ਉਹਨਾਂ ਨੇ ਅੰਤਮ ਸਮੇਂ ਕੁਰਬਾਨੀ ਦਾ ਬੀਜ ਵੀ ਬੀਜਿਆ ਤੱਤੀ ਤਵੀ ਉੱਤੇ ਬੈਠ ਕੇ। ਬਿਲਕੁਲ ਜੀ। ਇੱਕ ਤਾਂ ਸ਼ਬਦ ਦਾ ਬੀਜ ਬੀਜ ਕੇ ਗਏ ਤੇ ਦੂਜਾ ਕੁਰਬਾਨੀ ਦਾ ਬੀਜ। ਤੀਜੇ ਨੰਬਰ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਦਾ ਜਨਮ ਤੋਂ ਲੈ ਕੇ ਆਖਰੀ ਦਮ ਤੱਕ ਜਿੰਨੇ ਵੀ ਉਹਨਾਂ ਦੇ ਸੱਜੇ ਖੱਬੇ ਵਿਰੋਧੀ ਸਨ, ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁੱਸਾ ਚੜਾਉਣ ਦੀ ਕੋਸ਼ਿਸ਼ ਕੀਤੀ, ਪਰ ਮਹਾਰਾਜ ਸਾਰੀ ਜ਼ਿੰਦਗੀ ਸ਼ਾਂਤਮਈ ਢੰਗ ਵਿੱਚ ਰਹੇ ਔਰ ਉਹਨਾਂ ਨੇ ਦੂਜਿਆਂ ਨੂੰ ਸ਼ਾਂਤ ਸੁਭਾਅ ਦੇ ਨਾਲ ਹੀ ਆਪਣੇ ਪ੍ਰਵਚਨ ਕਹਿ ਕੇ ਉਹਨਾਂ ਦੇ ਤਪਦੇ ਹੋਏ ਮਨ ਨੂੰ ਠੰਡਾ ਠਾਰ ਕੀਤਾ। ਬਿਲਕੁਲ ਜੀ। ਇਸੇ ਵਾਸਤੇ ਉਹਨਾਂ ਦੀ ਜਦ ਸ਼ਹਾਦਤ ਹੁੰਦੀ ਹੈ ਗਰਮੀ ਦੇ ਮੌਸਮ ਵਿੱਚ, ਹਾਂਜੀ, ਸੰਸਾਰ ਦੇ ਲੋਕਾਂ ਨੂੰ ਠੰਡੇ ਤੇ ਮਿੱਠੇ ਜਲ ਦੀ ਛਬੀਲ ਲਾ ਕੇ ਜਲ ਛਕਾਇਆ ਜਾਂਦਾ। ਇਹ ਭਾਵਨਾ, ਇਹਦਾ ਮਤਲਬ ਪ੍ਰਤੀਕ ਇਹ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਿਹੜੀ ਬਾਣੀ ਦੀ ਦਾਤ ਬਖਸ਼ੀ ਹੈ ਮਾਨਵਤਾ ਦੇ ਭਲੇ ਵਾਸਤੇ, ਉਹਦੇ ਵਿੱਚ ਠੰਡਕ ਵੀ ਹੈ ਤੇ ਮਿਠਾਸ ਵੀ ਹੈ। ਬਿਲਕੁਲ। ਉਹ ਇਸ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੇ ਤੱਤੀ ਤਵੀ ਤੇ ਬੈਠੇ ਆ, ਹਾਂਜੀ, ਤੇ ਉਹਨਾਂ ਨੇ ਕਿਹਾ ਤੇਰਾ ਕੀਆ ਮੀਠਾ ਲੱਗੇ, ਵਾਹਿਗੁਰੂ ਨੂੰ ਸੰਬੋਧਨ ਹੋ ਕੇ। ਤੇ ਜੇ ਕਦੇ ਹਰਮੰਦਰ ਸਾਹਿਬ ਵਿਖੇ ਬੈਠੇ ਉਹਨਾਂ ਦੇ ਸੀਸ ਤੇ ਚੰਦੋਆ ਝੁਲਦਾ ਸੀ, ਛਤਰ ਝੁਲਦੇ ਸੀ, ਚਵਰ ਝੁਲਦੇ ਸੀ, ਤੇ ਮਹਾਰਾਜ ਨੇ ਫਿਰ ਵੀ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਹੀ ਕੀਤਾ। ਬਿਲਕੁਲ। ਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਅਫਸੋਸ ਨਹੀਂ ਕੀਤਾ। ਦੁਨੀਆ ਦੇ ਲੋਕ ਕਹਿੰਦੇ ਸੀ ਦੇਗ ਤੱਤੀ, ਲੋ ਤੱਤੀ, ਰੁੱਤ ਤੱਤੀ, ਤੱਤੇ ਤੱਤੇ ਤੱਤ ਅੱਜ ਰਲੇ ਹੋਏ ਸਾਰੇ ਨੇ। ਪੌਣ ਤੱਤੀ, ਪਾਣੀ ਤੱਤਾ, ਧਰਤ ਆਕਾਸ਼ ਤੱਤੇ, ਤੱਤੇ ਆਸ ਪਾਸ ਸਭ ਸੂਰ ਚੰਦ ਤਾਰੇ ਨੇ। ਤੱਤੇ ਸਰਕਾਰੀ ਅੰਧਕਾਰੀ ਕਰਮਚਾਰੀ ਤੱਤੇ, ਤੱਤੇ ਤਨ ਸਾਰੇ ਮਨ ਭਖਦੇ ਅੰਗਾਰੇ ਨੇ, ਪਰ ਇੱਕੋ ਮਨ ਠੰਡਾ ਜਿਹਨੂੰ ਤਪਨ ਨਹੀਂ ਦਿੱਤਾ। ਬਾਣੀ ਵਾਲੇ ਸੋਮੇ ਗੁਰੂ ਅਰਜਨ ਪਿਆਰੇ ਨੇ। ਇੱਕ ਬਾਣੀ ਦੀ ਦਾਤ ਤੇ ਦੂਜੀ ਨਿਮਰਤਾ, ਤੀਜਾ ਹਰਮੰਦਰ ਸਾਹਿਬ ਦੀ ਦਾਤ ਤੇ ਚੌਥਾ ਕੁਰਬਾਨੀ ਦੀ ਮਹਾਨ ਸ਼ਕਤੀ। ਪਰ ਜਿੱਥੇ ਅਸੀਂ ਸਿੱਖ ਕੌਮ ਤੇ ਮਾਨਵਤਾ ਦੇ ਭਲੇ ਵਾਸਤੇ ਅਸੀਂ ਚੜ੍ਹਦੀ ਕਲਾ ਵਿੱਚ ਪਿਛਲੇ ਸਾਲਾਂ ਵਿੱਚ
ਸ਼ਹੀਦੀ ਜੋੜ ਮੇਲਾ ਮਨਾਉਂਦੇ ਰਹੇ। ਐਤਕੀ ਕਰੋਨਾ ਕਰਕੇ, ਕਰੋਨਾ ਵਾਇਰਸ ਕਰਕੇ ਹਾਂਜੀ ਗੁਰੂ ਘਰਾਂ ਵਿੱਚ ਬੇਸ਼ੱਕ ਸੰਗਤ ਦੀ ਆਮਦ ਘੱਟ ਰੱਖੀ ਗਈ ਹੈ, ਪਰ ਫਿਰ ਵੀ ਫਗਵਾੜੇ ਸ਼ਹਿਰ, ਬੰਗਾ ਰੋਡ, ਅਕਾਲੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਨੇ ਗੁਰੂ ਕੀ ਸੰਗਤ ਨੂੰ ਨਾਲ ਲੈ ਕੇ ਡਿਸਟੈਂਸਿੰਗ ਦਾ ਖਿਆਲ ਰੱਖ ਕੇ ਹਾਂਜੀ ਸੁਖਮਨੀ ਸਾਹਿਬ ਦਾ ਜਾਪ ਕੀਤਾ, ਅਰਦਾਸਾਂ ਕੀਤੀਆਂ, ਸ਼ਰਬਤ ਦਾ ਭਲਾ ਮੰਗਿਆ ਤੇ ਚਾਹ ਦਾ ਲੰਗਰ ਵੀ ਵਰਤਾ ਕੇ ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾਇਆ, ਲੇਕਿਨ ਡਿਸਟੈਂਸ ਦਾ ਬਹੁਤ ਖਿਆਲ ਰੱਖਿਆ। ਤੀਜੀ ਗੱਲ, ਇਹਦੇ ਜਿੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕੀਤਾ ਗਿਆ, ਉਹਦੇ ਨਾਲ ਥੋੜਾ ਅਫਸੋਸ ਵੀ ਹੋਇਆ ਇਸ ਗੱਲ ਦਾ ਕਿ ਅੱਜ ਦੇ ਦਿਨ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰਬੱਤ ਦਾ ਭਲਾ ਮੰਗਿਆ ਹੈ ਤੇ ਉਹਨਾਂ ਦੇ ਜੋੜ ਮੇਲੇ, ਸ਼ਹੀਦੀ ਜੋੜ ਮੇਲੇ ਦੀ ਯਾਦ ਦੇ ਅੰਦਰ ਦਾਰੂ ਦੀਆਂ ਦੁਕਾਨਾਂ ਵੀ ਬੰਦ ਰਹਿੰਦੀਆਂ ਤੇ ਮਾਸ ਦੀਆਂ ਦੁਕਾਨਾਂ ਵੀ ਕਲੋਜ਼ ਰਹਿੰਦੀਆਂ, ਕਿਉਂਕਿ ਉਹਨਾਂ ਨੇ ਸਰਬੱਤ ਦਾ ਭਲਾ ਮੰਗਿਆ। ਲੇਕਿਨ ਪ੍ਰਸ਼ਾਸਨ ਨੇ ਇਹ ਕੁਝ ਨਹੀਂ ਕੀਤਾ ਕਿ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਨੇ ਜੋ ਵੀ ਫਿਰ ਸਰਬਣ ਆਈ ਵੱਧ ਚੜ ਕੇ ਸੇਵਾ ਕੀਤੀ ਹੈ। ਉੱਥੇ ਮੈਂ ਪ੍ਰਬੰਧਕ ਵੀਰਾਂ ਦਾ, ਗੁਰੂ ਕੀ ਸੰਗਤ ਦਾ, ਜਿਨ੍ਹਾਂ ਡਿਸਟੈਂਸ ਦਾ ਧਿਆਨ ਰੱਖਿਆ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਪ੍ਰਸ਼ਾਸਨ ਉੱਤੇ ਮੈਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਇਹੋ ਜਿਹੇ ਦਿਨ ਨੂੰ ਮੱਦੇ ਨਜ਼ਰ ਰੱਖ ਕੇ ਸਰਬੱਤ ਦੇ ਭਲੇ ਵਿੱਚ ਹਰੇਕ ਵਿਅਕਤੀ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਜਿੱਥੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ, ਉੱਥੇ ਮੈਂ ਸਮੁੱਚੇ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਹੀਦੀ ਜੋੜ ਮੇਲੇ ਅੰਦਰ ਆਪਣੀਆਂ ਸੇਵਾਵਾਂ ਸਤਿਗੁਰੂ ਨੂੰ ਸਮਰਪਿਤ ਕੀਤੀਆਂ। ਸਭ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੇ ਦੇਖੋ ਕਿ ਹਾਂਜੀ ਧੰਨਵਾਦ ਜੀ। ਤੇ ਨੂਰ ਸਾਹਿਬ ਮਸ਼ਹੂਰ ਜਿਹੜੇ ਨੇ ਢਾਡੀ ਨੇ ਤੇ ਕਿੰਨੀ ਸੋਹਣਾ ਜਿਹੜਾ ਆ ਉਹ ਦੱਸ ਕੇ ਗਏ ਨੇ ਕਿ ਗੁਰੂ ਮਹਾਰਾਜ ਨੇ ਕਿੱਦਾਂ ਜਿਹੜੀ ਨੇ ਸ਼ਹਾਦਤਾਂ ਪਾਈਆਂ। ਕਹ ਲੋ ਕਿ ਲਾਈਨਾਂ ਦੇ ਵਿੱਚ ਮਾਹੌਲ ਜਿਹੜਾ ਉਦਾਂ ਦਾ ਇਤਿਹਾਸ ਦੱਸ ਦਿੱਤਾ ਕਿ ਉਹਨਾਂ ਦੀਆਂ ਜਿਹੜੀਆਂ ਲਾਈਨਾਂ ਸੀ ਉਹ ਸੁਣ ਕੇ ਰੋਂਗਟੇ ਖੜੇ ਹੋ ਰਹੇ ਸੀ। ਅਸੀਂ ਫੀਲ ਕਰ ਰਹੇ ਸੀ ਕਿ ਕਿੱਦਾਂ, ਮਤਲਬ ਅਸੀਂ ਫੀਲ ਤਾਂ ਕਹ ਲੋ ਕਿ ਕਰ ਹੀ ਨਹੀਂ ਸਕਦੇ, ਪਰ ਇੱਕ ਦੁੱਖ ਜਿਹੜਾ ਦਿਲ ਦੇ ਵਿੱਚ ਉੱਭਰ ਰਿਹਾ ਸੀ ਕਿ ਕਿੱਦਾਂ ਸਾਡੇ ਲਈ ਜਿਹੜੀਆਂ ਸ਼ਹੀਦੀਆਂ, ਕੁਰਬਾਨੀਆਂ ਜਿਹੜੀਆਂ ਸਾਡੇ ਗੁਰੂਆਂ ਨੇ ਦਿੱਤੀਆਂ ਨੇ ਤੇ ਅੱਜ ਅਸੀਂ ਇਸ ਸੰਸਾਰ ਦੇ ਵਿੱਚ ਤਾਂ ਹੀ ਤੁਰੇ ਫਿਰਦੇ ਹਾਂ, ਤਾਂ ਹੀ ਅਸੀਂ ਮਾਣ ਦੇ ਨਾਲ ਜਿਹੜਾ ਕਿ ਕਿਸੇ ਸਾਹਮਣੇ ਗੱਲ ਕਰ ਸਕਦੇ ਕਿ ਅਸੀਂ ਸਿੱਖ ਹਾਂ ਜਾਂ ਫਿਰ ਅਸੀਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ ਨਾ। ਹਰ ਇੱਕ ਧਰਮ ਦੀਆਂ ਜਿਹੜੀਆਂ ਕਹਿ ਲਓ ਕਿ ਕੁਰਬਾਨੀਆਂ ਬਹੁਤ ਜ਼ਿਆਦੀਆਂ ਲਾਸਾਨੀ ਕੁਰਬਾਨੀਆਂ ਨੇ, ਜਿਨ੍ਹਾਂ ਨੂੰ ਨੌਜਵਾਨ ਪੀੜ੍ਹੀ ਨੂੰ ਆਪਣੇ ਜਿੱਥੇ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਉੱਥੇ ਹੀ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਹਮੇਸ਼ਾ ਉਹ ਯਾਦ ਰੱਖਣੀਆਂ ਚਾਹੀਦੀਆਂ। ਤੇ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਅੱਜ ਰਸ਼ ਸੀ ਉਹ ਬਹੁਤ ਘੱਟ ਸੀ, ਕਿਉਂਕਿ ਕੱਲ ਵੀ ਜਦੋਂ ਸੰਗਤ ਉੱਥੇ ਗਈ ਸੀ ਰੋਕ ਦਿੱਤਾ ਗਿਆ ਸੀ ਬੈਰੀਕੇਡ ਲਗਾ ਕੇ, ਤੇ ਫਿਰ ਅੱਜ ਸੰਗਤ ਜ਼ਿਆਦਾ ਗਈ ਨਹੀਂ, ਬਹੁਤ ਥੋੜਾ ਜਿਹੜਾ ਸੀ ਉਹ ਰਸ਼ ਸੀ। ਤੇ ਜਿਹੜੇ ਕੁਝ ਜ਼ਰੂਰੀ ਸੀ ਜਿਨ੍ਹਾਂ ਦੇ ਪਾਠ ਖੁੱਲੇ ਹੋਏ ਆ ਜਾਂ ਹੋਰ ਜਿਹੜੇ ਜ਼ਰੂਰੀ ਨੇ, ਸਿਰਫ ਉਹ ਲੋਕਾਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਜਿਨ੍ਹਾਂ ਨੇ ਜਾ ਕੇ ਗੁਰੂ ਮਹਾਰਾਜ ਦੇ ਉੱਥੇ ਮੱਥਾ ਟੇਕਿਆ। ਬਿਲਕੁਲ। ਤੇ ਸਰ ਇਸ ਕਰੋਨਾ ਦੇ ਦੌਰ ਦੇ ਵਿੱਚ ਇੱਕ ਕਹ ਲਓ ਕਿ ਰੋਕ ਲੱਗ ਗਈ, ਜਦੋਂ ਅਸੀਂ ਜਿੱਥੇ ਅਸੀਂ ਸਰਕਾਰ ਨੂੰ ਵੀ ਕੋਸ ਰਹੇ ਸੀ ਕਿ ਸਾਡੀ ਜਿਹੜੀ ਸਰਕਾਰੀ ਪ੍ਰਸ਼ਾਸਨ ਹੈਗਾ ਉਹਦੇ ਤੋਂ ਅਸੀਂ ਖੁਸ਼ ਨਹੀਂ ਹੈ, ਤਾਂ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਿੱਥੇ ਕਹ ਲਓ ਕਿ ਇਹ ਸਾਡੇ ਜਿਹੜਾ ਵਿਰਸਾ ਆ ਉਹਨੂੰ ਭੁੱਲਦੀ ਜਾ ਰਹੀ ਹੈ, ਉੱਥੇ ਜਿਹੜਾ ਉਹ ਕਹਿ ਲਓ ਕਿ ਬਾਹਰ ਜਾਣ ਨੂੰ ਜ਼ਿਆਦਾ ਜਿਹੜੀ ਮਤਲਬ ਕਾਹਲੀ ਸੀਗੀ ਇਹ ਕਹਿ ਸਕਦੇ ਆ। ਪਰ ਇਸ ਕਰੋਨਾ ਨੇ ਜਿਹੜੀ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਤੇ ਜਿਵੇਂ ਫਲਾਈਟਾਂ ਬੰਦ ਹੋਣ ਕਾਰਨ ਜਾਂ ਫਿਰ ਜਿਹੜੇ ਐਮਬੈਸੀ ਬੰਦ ਆ ਉਹਦੇ ਤੇ ਰੋਕ ਲਗਾ ਦਿੱਤੀ ਆ, ਕਈ ਕੰਟਰੀ ਨੇ ਰੋਕ ਲਾਤੀ ਵੀ ਕੋਈ ਬਾਹਰਲਾ ਬੰਦਾ ਨਹੀਂ ਆ ਸਕਦਾ। ਪਰ ਫਿਰ ਵੀ ਜਿਹੜਾ ਕਹਿ ਲਓ ਕਿ ਸਾਡੇ ਪੰਜਾਬੀ ਨੌਜਵਾਨਾਂ ਦੇ ਵਿੱਚ ਇੱਕ ਰੁਝਾਨ ਕਹਿ ਲਓ ਕਿ ਘਟ ਗਿਆ ਬਾਹਰ ਜਾਣ ਦਾ। ਇਹ ਗੱਲ ਤਾਂ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਸਪੋਰਟ ਕੇਂਦਰ ਖੋਲ ਦਿੱਤੇ ਗਏ ਨਾ, ਉੱਥੇ ਬਹੁਤ ਘੱਟ ਲੋਕ ਜਿਹੜੇ ਪਾਸਪੋਰਟ ਦੀ ਸੇਵਾ ਲੈਣ ਲਈ ਜਾ ਰਹੇ ਨੇ। ਪਹਿਲਾਂ ਤੁਸੀਂ ਇਹ ਦੇਖੋ ਲਾਈਨਾਂ ਤੇ ਲਾਈਨਾਂ ਸੀਗੀਆਂ, ਜਿੱਦਾਂ ਹੁਣ ਕੱਲ ਤੋਂ ਜਿਹੜਾ ਸੇਵਾ ਸ਼ੁਰੂ ਕੀਤੀ ਗਈ ਆ ਪਾਸਪੋਰਟ ਕੇਂਦਰਾਂ ਦੇ ਵਿੱਚ, ਤੁਸੀਂ ਇਹ ਦੇਖੋ ਜੇਕਰ ਨਾਰਮਲ ਉਦਾਂ ਹੁੰਦਾ ਤਾਂ ਕਿੰਨੀਆਂ ਲਾਈਨਾਂ ਇੱਕ ਦਿਨ ਦੇ ਵਿੱਚ ਹੀ ਉੱਥੇ ਲੱਗੀਆਂ ਹੁੰਦੀਆਂ। ਮਨਪ੍ਰੀਤ ਇੱਕ ਉਹਦਾ ਕਾਰਨ ਹੋਰ ਵੀ ਆ ਕਿ ਜੇ ਸੱਚ ਗੱਲ ਇਹ ਆ ਕਿ ਆਪਣੇ ਲਾਗੇ ਜੇ ਇੱਥੇ ਗੱਲ ਕਰੀਏ ਪਾਸਪੋਰਟ ਕੇਂਦਰ ਹੈਗੇ ਆ ਜਲੰਧਰ ਜੀ, ਤੇ ਜਲੰਧਰ ਜਾਣ ਦੇ ਨਾਂ ਤੋਂ ਜਿਹੜਾ ਸਿਆਣਾ ਬੰਦਾ ਆ ਜਾਂ ਉਦਾਂ ਨਾਰਮਲ ਬੰਦਾ ਉਹ ਦਹਿਲਦਾ, ਉਹ ਕਹਿੰਦਾ ਜਲੰਧਰ ਦੇ ਨਾਮ ਤੋਂ ਲੜਦਾ ਵੀ ਜਲੰਧਰ ਨਹੀਂ ਜਾਣਾ, ਕਿਉਂਕਿ ਉੱਥੇ ਕਰੋਨਾ ਦਾ ਇੰਨਾ ਪ੍ਰਕੋਪ ਆ। ਤੇ ਇਹ ਵੀ ਇੱਕ ਕਾਰਨ ਹੈ ਕਿ ਇਹ ਕਾਰਨ ਹੋ ਸਕਦਾ, ਪਰ ਜਿਹੜੇ ਅਸੀਂ ਪੰਜਾਬੀ ਆ ਅਸੀਂ ਕੋਈ ਨਾ ਕੋਈ ਕਹ ਲੋ ਕਿ ਹੀਲਾ ਵਸੀਲਾ ਅਸੀਂ ਮੁਸ਼ਕਿਲ ਦੇ ਨਾਲ ਵੀ ਬਾਹਰ ਜਾਣ ਦੇ ਲਈ ਤਿਆਰ ਹੈਗੇ ਆ। ਬੇਸ਼ੱਕ ਅਸੀਂ ਉਹ 2 ਨੰਬਰ ਦੀ ਗੱਲ ਕਰੀਏ ਕਿ ਨੌਜਵਾਨ ਕਿੱਦਾਂ ਜਿਹੜੇ ਜਾ ਰਹੇ ਨੇ ਨਾ 160 ਵਾਪਸ ਆਏ ਨੇ, ਉਹੀ ਤਾਂ ਗੱਲ ਹੈ। ਪਰ ਇਹ ਕਰੋਨਾ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਡਰਾ ਸਕਦਾ? ਨਹੀਂ, ਉਹਨਾਂ ਨਹੀਂ ਡਰਾ ਸਕਦਾ। ਪਰ ਕਿਤੇ ਨਾ ਕਿਤੇ ਇਸ ਸਮੇਂ ਦੌਰਾਨ ਜਿਹੜੀ ਇੱਕ ਠੱਲ ਲੱਗ ਗਈ ਹੈ, ਇੱਕ ਰੋਕ ਥੋੜੀ ਲੱਗ ਗਈ ਹੈ। ਅੱਜ ਆਪਣੇ ਨੌਜਵਾਨਾਂ ਨੂੰ ਕਹਿ ਦਿੱਤਾ ਜਾਵੇ ਕਿ ਬਈ ਤੂੰ ਅਮਰੀਕਾ ਕੈਨੇਡਾ ਜਾ ਸਕਦਾ, ਸਿਰਫ ਕਰੋਨਾ ਦਾ ਪੇਸ਼ੈਂਟ ਮੋਢੇ ਤੇ ਚੱਕ ਕੇ ਲੈ ਜਾਣਾ, ਲੈ ਜਾਣਾ।
ਲੈ ਜਾਣਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਕਰੋਨਾ ਸਾਨੂੰ ਹੋ ਜਾਊਗਾ ਨਾ, ਕੋਈ ਗੱਲ ਨਹੀਂ, ਜਾ ਕੇ ਦੇਖ ਲਾਂਗੇ ਉਹੀ ਨਾ, ਕਿਉਂਕਿ ਇਹ ਤਾਂ ਜਿਹੜੀਆਂ ਗੱਲਾਂ ਬਣ ਰਹੀਆਂ ਨੇ ਪਿਛਲੇ ਸਮਿਆਂ ਦੇ ਵਿੱਚ, ਇਸ ਸਮੇਂ ਦੇ ਵਿੱਚ ਜਿਹੜਾ ਕਹ ਲੋ ਕਿ ਨੌਜਵਾਨ ਇਦਾਂ ਉਹਨਾਂ ਨੇ ਰੁਖ ਕੀਤਾ ਵਿਦੇਸ਼ਾਂ ਦਾ, ਜਿਵੇਂ ਕਿ ਇੱਥੇ ਕੁਝ ਉਹਨਾਂ ਨੂੰ ਘਬਰਾਹਟ ਨਹੀਂ ਮਹਿਸੂਸ ਹੁੰਦੀ ਵੀ ਅਸੀਂ ਬਚ ਹੀ ਨਹੀਂ ਸਕਦੇ ਇੱਥੇ। ਮਤਲਬ ਵਿਦੇਸ਼ ਜਿਹੜੇ ਇੱਕ ਸਟੂਡੈਂਟ ਵੀਜ਼ਾ ਖੁੱਲ ਗਏ। ਇੱਕ ਮਨਪ੍ਰੀਤ ਹੋਰ ਵੀ ਚੀਜ਼ ਜਿਹੜੀ ਦੇਖਿਆ ਜਾਂਦਾ, ਤੁਸੀਂ ਇੱਥੇ ਬਹੁਤ ਸਾਰੇ ਨੌਜਵਾਨ ਆਪਾਂ ਇੱਥੇ ਘੁੰਮਦੇ ਦੇਖਦੇ ਹਾਂ, ਮਿਲਦੇ ਆ ਉਹਨਾਂ ਨੂੰ, ਕੀ ਕਰਦਾ ਭਾਜੀ ਕੁਛ ਨਹੀਂ ਯਾਰ, ਕੋਈ ਕੰਮ ਕਰਨਾ ਭਾਜੀ ਬਾਹਰ ਜਾ ਕੇ ਕਰਾਂਗੇ, ਬਾਹਰ ਜਾ ਕੇ ਕਰਾਂਗੇ। ਜਦ ਤੁਸੀਂ ਇੱਥੇ ਨਹੀਂ ਕਰ ਸਕਦੇ ਤੁਸੀਂ ਬਾਹਰ ਜਾ ਕੇ ਕੀ ਕਰੋਗੇ? ਬਾਹਰ ਜਾ ਕੇ ਆਪਾਂ ਕੰਮ ਕਰਨ ਨੂੰ ਤਿਆਰ ਆ, ਇੱਥੇ ਨਹੀਂ ਕਰਨਾ। ਇੱਥੇ ਅਸੀਂ ਦੇਖੋ ਮਾਲਕ ਆ, ਅਸੀਂ ਕੰਮ ਨਹੀਂ ਕਰਨਾ, ਉੱਥੇ ਜਾ ਕੇ ਅਸੀਂ ਨੌਕਰ ਬਣ ਕੇ ਕੰਮ ਕਰਨ ਲਈ ਤਿਆਰ ਹਾਂ। ਇੱਥੇ ਸਾਨੂੰ ਕੰਮ ਉਹੀ ਕੰਮ ਕਰਦਿਆਂ ਨੂੰ ਇੱਥੇ ਸ਼ਰਮ ਆਉਂਦੀ ਆ। ਇੱਥੇ ਆਓ ਕਿਸੇ ਨੂੰ ਕਹਿ ਦਿਓ ਕਿ ਬਈ ਨਾਰਮਲ ਆਪਣਾ ਜਿਹੜਾ ਇੱਥੇ ਪੰਜਾਬੀ ਆ, ਕਿ ਤੂੰ ਕਿਸੇ ਹੋਟਲ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ ਫੂਡ ਵਰਤਾਉਣ ਲੱਗ ਪਾ, ਤਾਂ ਉਹ ਕਹਿੰਦਾ ਲੈ ਮੈਂ ਵੇਟਰ ਬਣ ਜਾਊਂ, ਮੈਂ ਵੇਟਰ ਬਣ ਜਾ, ਮੈਂ ਵੇਟਰ ਬਣ ਜਾ। ਤੇ ਇਹੀ ਜੌਬ ਬਾਹਰ ਖਾਸ ਉਹੀ ਜੌਬ ਜਦੋਂ ਬਾਹਰ ਜਾਂਦੇ ਆ ਉੱਥੇ ਕਹਿੰਦੇ ਭਾਈ ਕਿਸੇ ਰੈਸਟੋਰੈਂਟ 'ਚ ਕੰਮ ਦਵਾ ਦਿਓ, ਹਨਾ, ਫਿਰ ਭਾਂਡੇ ਵੀ ਮਾਂਜ ਲੈਣੇ ਆ। ਤੁਸੀਂ ਦੇਖੋ ਫਿਰ ਭਾਂਡੇ ਮਾਂਜਣ ਤੋਂ ਬਾਅਦ ਰੈਡੀ ਸ਼ੈਡੀ ਹੋ ਕੇ ਜਿਹੜੀਆਂ ਫੋਟੋਆਂ ਵੀ ਅਪਲੋਡ ਹੁੰਦੀਆਂ, ਉੱਥੇ ਕਦੇ ਨਹੀਂ ਦੱਸਿਆ ਜਾਂਦਾ ਕਿ ਮੈਂ ਭਾਂਡੇ ਮਾਂਜ ਕੇ ਨਿਕਲਿਆ ਹੁਣ। ਕੰਮ ਉੱਥੇ ਸਾਰੇ ਦੇਖੋ, ਇਹੀ ਗੱਲ ਆ ਨਾ ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਦਾ, ਉੱਥੇ ਕਿਸੇ ਵੀ ਕੰਮ ਨੂੰ ਭਾਵੇਂ ਇੱਕ ਸੜਕ ਸਾਫ਼ ਕਰਨ ਵਾਲਾ ਬੰਦਾ ਆ ਜਾਂ ਕੋਈ ਵੀ ਆ, ਉਹ ਆਪਣੀ ਕਾਰ ਦੇ ਵਿੱਚ ਆਉਂਦਾ, ਆਪਣਾ ਕੰਮ ਕਰਦਾ, ਆਪਣਾ ਚੱਲ ਜਾਂਦਾ, ਉਹ ਜਿੰਨੀ ਦੇਰ ਡਿਊਟੀ ਕਰਦਾ ਉਹਦੀ ਹੋਰ ਚੀਜ਼ ਆ, ਲੇਕਿਨ ਉਸ ਤੋਂ ਬਾਅਦ ਇੱਕ ਨਾਰਮਲ ਆ, ਭਾਵੇਂ ਪੁਲਿਸ ਅਫਸਰ ਆ, ਜਿੰਨੀ ਦੇਰ ਡਿਊਟੀ ਤੇ ਆ ਉਹ ਪੁਲਿਸ ਅਫਸਰ ਆ, ਜਦੋਂ ਉਹ ਡਿਊਟੀ ਤੋਂ ਹਟ ਗਿਆ ਤਾਂ ਉਹ ਇੱਕ ਨਾਰਮਲ ਇਨਸਾਨ ਆ। ਜੇ ਉਹਨੇ ਗਲਤੀ ਕੀਤੀ ਤਾਂ ਉਹਨੂੰ ਵੀ ਪੁਲਿਸ ਨੇ ਉਦਾਂ ਹੀ ਟ੍ਰੀਟ ਕਰਨਾ ਜਿੱਦਾਂ ਇੱਕ ਆਮ ਬੰਦੇ ਨੂੰ। ਬਾਹਰਲੀਆਂ ਕੰਟਰੀਆਂ 'ਚ ਅਸੀਂ ਦੇਖ ਰਹੇ ਹਾਂ ਜਿਹੜੇ ਮੰਤਰੀ ਐਡੇ ਉੱਚੇ ਅਹੁਦਿਆਂ ਤੇ ਹੈਗੇ ਆ, ਉਹ ਵੀ ਆਮ ਘੁੰਮ ਰਹੇ ਨੇ, ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਨਹੀਂ ਹੈਗੀ। ਤੇ ਸਾਡੇ ਇੱਥੇ ਅਸੀਂ ਭਾਵੇਂ ਕਹਿ ਲਓ ਕਿ ਇੱਕ ਉਹਦੇ ਚਹੇਤੇ ਹੀ ਹੋਈ ਹੈ, ਰਿਸ਼ਤੇਦਾਰੀ ਹੋਈ ਹੈ, ਅਸੀਂ ਤਾਂ ਵੀ ਜਿਹੜਾ ਗੱਡੀ ਦੇ ਲਾਲ ਰੰਗ ਦੀ ਲਾਈਟ ਲਾ ਕੇ ਘੁੰਮਦੇ ਬੜੀ ਦਹਿਸ਼ਤ ਦੇ ਨਾਲ ਕਿ ਸਾਡਾ ਉਹ ਰਿਸ਼ਤੇਦਾਰ ਹੈ ਜਾਂ ਫਿਰ ਅਸੀਂ ਉਹਨੂੰ ਜਾਣ ਪਛਾਣ ਵਾਲੇ ਹੈਗੇ ਆ ਨਾ। ਮਤਲਬ ਇਹ ਫਰਕ ਨਿੱਕੀਆਂ ਨਿੱਕੀਆਂ ਗੱਲਾਂ ਦਾ ਜੇਕਰ ਅਸੀਂ ਫਰਕ ਕੱਢਣ ਲੱਗ ਪਈਏ ਤਾਂ ਬਹੁਤ ਵੱਡਾ ਜਿਹੜਾ ਅੰਕੜਾ ਬਣ ਜਾਂਦਾ ਇਹਨਾਂ ਗੱਲਾਂ ਦਾ, ਹਨਾ। ਤੇ ਇਹ ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਇੱਕ ਨਜ਼ਰ, ਤੇ ਅਸੀਂ ਗੱਲਬਾਤ ਕਰ ਰਹੇ ਹਾਂ ਜਿੱਥੇ ਕਰੋਨਾ ਨਾਲ ਸੰਬੰਧਿਤ ਜਾਂ ਫਿਰ ਅਸੀਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਵੀ ਗੱਲਬਾਤ ਕਰ ਰਹੇ ਹਾਂ ਅੱਜ, ਕਿ ਜਿਹੜੇ ਅੱਜ ਠੇਕੇ ਖੁੱਲੇ ਨੇ, ਮੀਟ ਸ਼ਾਪਾਂ ਖੁੱਲੀਆਂ ਨੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਉਹ ਵੀ ਅਸੀਂ ਸਾਡੇ ਤੱਕ ਜਿਹੜੀਆਂ ਫੋਨ ਦੇ ਜਰੀਏ ਬਹੁਤ ਵਧੀਆ ਜਾਣਕਾਰੀ ਤੁਸੀਂ ਪਹੁੰਚਾਈ ਹੈ। ਸੋ ਇਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜਿਹੜਾ ਅਸੀਂ ਕੋਈ ਟੌਪਿਕ ਲੈ ਕੇ ਆਉਂਦੇ ਹੋ, ਜੇਕਰ ਤੁਸੀਂ ਸਹਿਮਤ ਨਹੀਂ ਹੋ ਰਹੇ, ਜੇ ਤੁਸੀਂ ਸਹਿਮਤ ਨਹੀਂ ਵੀ ਹੈਗੇ, ਉਹ ਵੀ ਪੁਆਇੰਟ ਤੁਸੀਂ ਸਾਡੇ ਤੱਕ ਜ਼ਰੂਰ ਜਿਹੜਾ ਰੱਖੋ ਕਿ ਸਾਨੂੰ ਪਤਾ ਲੱਗੇ ਕਿ ਸਾਡੀ ਗਲਤੀ ਤਾਂ ਨਹੀਂ ਕਿਤੇ ਹੈਗੀ, ਜਿਹੜਾ ਸਰਕਾਰ ਸਾਡੀ ਸੁਣ ਹੀ ਨਹੀਂ ਰਹੀ। ਹਾਂ ਤੇ ਮਤਲਬ ਜਦੋਂ ਕੱਲ ਫਲਾਈਟਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ, ਕਈ ਕੈਂਸਲ ਵੀ ਹੋਈਆਂ, ਕਈ ਲੋਕਾਂ ਨੂੰ ਹਜੇ ਪਰੇਸ਼ਾਨੀਆਂ ਸਾਹਮਣਾ ਵੀ ਕਰਨਾ ਪਿਆ। ਇੱਕ ਬੜੀ ਅੱਛੀ ਪਿਆਰੀ ਜਿਹੀ ਤਸਵੀਰ ਸਾਹਮਣੇ ਆਈ, ਇੱਕ 5 ਸਾਲ ਦਾ ਬੱਚਾ ਤੇ ਤਕਰੀਬਨ 3 ਮਹੀਨਿਆਂ ਬਾਅਦ ਆਪਣੀ ਮਾਂ ਨੂੰ ਮਿਲਣ ਦੇ ਲਈ ਇਕੱਲਾ ਜਿਹੜਾ ਆ ਸਫ਼ਰ ਕਰਕੇ ਉਹ ਆ ਰਿਹਾ ਸੀ। ਇੱਕ ਬੜੀ ਪਿਆਰੀ ਜਿਹੀ ਤਸਵੀਰ ਸਾਨੂੰ ਉਹ ਦੇਖਣ ਨੂੰ ਜਿਹੜੀ ਆ ਉਹ ਮਿਲੀ ਆ। ਤੇ ਤੁਸੀਂ ਦੇਖੋ ਵੀ ਕਿੱਦਾਂ ਕਈ ਰਿਸ਼ਤੇ ਇਦਾਂ ਦੇ ਬਣ ਗਏ ਨੇ ਇਸ ਸਮੇਂ ਦੇ ਦੌਰਾਨ ਕਿ ਅਸੀਂ ਭੱਜ ਰਹੇ ਹਾਂ, ਪਰੇ ਭੱਜ ਰਹੇ ਹਾਂ। ਕਈ ਰਿਸ਼ਤੇ ਇਦਾਂ ਦੇ ਹੋ ਗਏ ਕਿ ਅਸੀਂ ਨੇੜੇ ਆ ਰਹੇ ਹਾਂ। ਹਾਂਜੀ, ਤੇ ਹੁਣ ਜਿਹੜੀਆਂ ਫੋਰਨ ਤੋਂ ਵੀ ਜਿਹੜੇ ਲੋਕ ਆ ਰਹੇ ਨੇ ਵਾਪਸ, ਉਹਨਾਂ ਨੂੰ 14 ਦਿਨ ਦੀ ਥਾਂ ਤੇ 7 ਦਿਨ ਦੇ ਲਈ ਜਿਹੜਾ ਕੁਆਰੰਟਾਈਨ ਉਹਨਾਂ ਨੂੰ ਟਾਈਮ ਕਰ ਦਿੱਤਾ ਗਿਆ ਆ। ਇਹ 14 ਦਿਨ ਰੱਖਣ ਦੀ ਜ਼ਰੂਰਤ ਨਹੀਂ, 7 ਦਿਨ ਰੱਖ ਕੇ ਹੀ ਘਰ ਨੂੰ ਭੇਜ ਦਿੱਤਾ, ਕਿਉਂਕਿ ਜਿਹੜੇ ਵਿਗਿਆਨੀਆਂ ਨੇ ਅਗਲੇ 7 ਦਿਨ ਘਰ ਜਾ ਕੇ ਕੀਤਾ ਜਾਵੇਗਾ। ਬਿਲਕੁਲ, ਜਿਹੜੇ ਹੁਣ ਵਿਗਿਆਨੀਆਂ ਨੇ ਅੰਕੜੇ ਜਾਰੀ ਕੀਤੇ, ਉਹਨਾਂ ਨੇ ਕਿਹਾ ਕਿ 14 ਦਿਨ ਦੀ ਲੋੜ ਹੀ ਨਹੀਂ ਹੈਗੀ। 10 ਦਿਨ ਦੇ ਬਾਅਦ 7 ਤੋਂ 10 ਦਿਨ ਦੇ ਵਿੱਚ ਜਿਹੜਾ ਕਰੋਨਾ ਆ ਉਹ ਦੂਸਰੇ ਪਰਸਨ ਦੇ ਵਿੱਚ ਜਿਹੜਾ ਇਨਫੈਕਸ਼ਨ ਜਿਹੜਾ ਹੁੰਦਾ ਉਹ ਬੰਦ ਹੋ ਜਾਂਦਾ। ਜਦੋਂ ਰਿਪੋਰਟ ਆਉਂਦੀ ਹੈ ਉਹ ਤੋਂ 2 ਦਿਨ ਪਹਿਲਾਂ ਜਾਂ 2 ਦਿਨ ਬਾਅਦ ਹੀ ਜਿਹੜਾ ਕਰੋਨਾ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਆ। ਇਸ ਕਰਕੇ ਜਿਹੜੇ ਉਹ ਦਿਨ ਵੀ ਉਹ ਥੋੜੇ ਘਟਾ ਦਿੱਤੇ ਗਏ ਨੇ, ਜਿਹੜਾ ਪੀੜਤ ਵੀ ਹੈਗਾ ਉਹਦੇ ਲਈ। ਇਸ ਵਿੱਚ ਮਨਪ੍ਰੀਤ ਇਹ ਆ ਕਿ ਵਿਗਿਆਨੀ ਜਿਹੜੇ ਨੇ ਜਾਂ ਡਾਕਟਰ ਨੇ ਉਹ ਰੋਜ਼ ਗਾਈਡਲਾਈਨਸ ਜਾਂ ਹੋਰ ਚੀਜ਼ਾਂ ਜਾਰੀ ਕਰਦੇ ਨੇ, ਲੇਕਿਨ ਇਹ ਕਰੋਨਾ ਇੱਕ ਇਦਾਂ ਦੀ ਪ੍ਰੋਬਲਮ ਬਣ ਕੇ ਪੂਰੀ ਦੁਨੀਆ ਸਾਹਮਣੇ ਆਈ ਆ ਜਿਹੜਾ ਲੁਕਣ ਮੀਚੀ ਜਿਹੀ ਨਹੀਂ ਖੇਡਦੇ ਹੁੰਦੇ। ਉਹ ਕਦੀ ਉਹਦੇ ਲਈ ਕੁਝ ਰੂਲ ਆਉਂਦੇ ਨੇ, ਮੁੜ ਕੇ ਦੂਜੇ ਦਿਨ ਦੂਜੇ ਕੰਟਰੀ ਤੋਂ ਆ ਜਾਂਦਾ। ਨਹੀਂ, ਇਹ ਲੱਗ ਰਿਹਾ ਕਿ ਸਾਨੂੰ ਨਹੀਂ ਸਮਝ ਲੱਗ ਰਿਹਾ ਹੈ ਕੀ ਹੈ ਐਕਚੁਅਲ ਦੇ ਵਿੱਚ ਹਜੇ ਤੱਕ ਪ੍ਰੋਪਰ ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ। ਤੁਸੀਂ ਦੇਖੋ ਚੀਨ ਨੇ ਜਿਹੜੀ ਅੱਜ ਇੱਕ ਖਬਰ ਦਿੱਤੀ ਹੈ ਕਿ ਕਰੋਨਾ ਤਾਂ ਹਜੇ ਕੁਝ ਵੀ ਨਹੀਂ, ਇਹ ਤੋਂ ਉੱਪਰ ਹੋਰ ਬਹੁਤ ਸਾਰੇ ਵਾਇਰਸ ਹੈਗੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ। ਉਹਨਾਂ ਨੇ ਇਹੀ ਕਿਹਾ, ਉਹ ਕਹਿੰਦੇ ਕਰੋਨਾ ਦਾ ਤਾਂ ਤੁਸੀਂ ਹਜੇ ਥੋੜਾ ਡਰ ਰਹੇ ਆ, ਮਤਲਬ ਇਦਾਂ ਦੇ ਹੋਰ ਵੀ ਵਾਇਰਸ ਹੈਗੇ ਜਿਹੜੇ ਹਜੇ ਮਤਲਬ ਸਾਡੇ ਤੱਕ ਪਹੁੰਚਣੇ ਨੇ, ਸਾਨੂੰ ਪਤਾ ਹੀ ਨਹੀਂ ਉਹ ਕਿਹੜੇ ਆ। ਹਾਂ, ਜਿਹੜੇ ਵਿਕਸਿਤ ਹੋ ਰਹੇ ਜਾਂ ਫਿਰ ਸਾਨੂੰ ਸਾਈਨ ਦਿੱਤਾ ਹੋ ਸਕਦਾ, ਸਾਈਨ ਦਿੱਤਾ ਵੀ ਅਸੀਂ ਬਣਾ ਰਹੇ ਹੋਰ। ਤੇ ਤੁਸੀਂ ਮਤਲਬ ਟਰੰਪ ਤਾਂ ਅੱਗੇ ਪਹਿਲਾਂ ਹੀ ਉਹਨਾਂ ਦਾ ਸਿੱਧਾ ਜਿਹੜਾ ਉਹ ਇਲਜ਼ਾਮ ਲਗਾ ਰਿਹਾ ਕਿ ਚੀਨ ਨੇ ਬਣਾਇਆ ਹੈ, ਤੇ ਜੋ ਇਦਾਂ ਦਾ ਬਿਆਨ ਦੇ ਦਿੰਦੇ ਆ। ਉਹਨਾਂ ਨੇ ਤਕਰੀਬਨ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ ਅਮਰੀਕਾ ਦੇ ਵਿੱਚ ਬਲੈਕਲਿਸਟ ਉਹ ਕਰ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਚਾਈਨਾ ਮੇਡ ਸਮਾਨ ਹੈ ਉਹਦੀ ਗਾਰੰਟੀ ਨਹੀਂ ਜ਼ਿਆਦਾ ਹੁੰਦੀ, ਪਰ ਇਹ ਵੀ ਚੁਟਕਲੇ ਬਣ ਰਹੇ ਕਿ ਜਿੱਥੇ ਸਮਾਨ ਦੀ ਗਾਰੰਟੀ ਨਹੀਂ ਸੀ, ਪਰ ਉਹਨਾਂ ਨੇ ਕਰੋਨਾ ਇਦਾਂ ਦਾ ਬਣਾਇਆ ਕਿ ਜਿਹੜਾ ਜਾਣ ਦਾ ਨਾਮ ਹੀ ਨਹੀਂ ਲੈ ਰਿਹਾ। ਮੇਰੀ ਇੱਕ ਇਸ ਸੰਬੰਧ ਵਿੱਚ ਥੋੜੇ ਦੁਕਾਨਦਾਰ
ਕਿ ਜਿੱਦਾਂ ਕਿਹਾ ਜਾਂਦਾ ਸੀ ਕਿ ਆਤਮ ਨਿਰਭਰ ਜਿਹੜਾ ਆ ਭਾਰਤ ਹੋਏਗਾ, ਉਹਨੇ ਠੀਕ ਆ ਆਤਮ ਨਿਰਭਰ ਬਣਨਾ ਚਾਹੀਦਾ, ਲੇਕਿਨ ਅੱਜ ਮੈਕਸਿਮਮ ਚੀਜ਼ਾਂ ਜਿਹੜੀਆਂ ਇਹ ਆ ਕਿ ਚਾਈਨਾ ਤੋਂ ਹੀ ਆ ਰਹੀਆਂ। ਕਿਸੇ ਮੈਡੀਕਲ ਲਾਈਨ ਦੇ ਬੰਦੇ ਨਾਲ ਗੱਲ ਹੋਈ ਆ ਕਿ ਜੇ ਸਾਡੀ ਮੈਡੀਕਲ ਲਾਈਨ ਆ ਉਹਦੇ ਵਿੱਚ ਮੈਕਸਿਮਮ ਚੀਜ਼ਾਂ ਜਿਹੜੀਆਂ ਨੇ, ਜਿੰਨੇ ਵੀ ਭਾਵੇਂ ਸ਼ੂਗਰ ਚੈੱਕਅਪ ਦੀ ਮਸ਼ੀਨ ਹੋਵੇ ਜਾਂ ਸਟਿਕਸ ਹੋਣ ਜਾਂ ਹੋਰ ਜਿੰਨੇ ਵੀ ਇਕਵਿਪਮੈਂਟ ਜਿਹੜੇ ਹੁੰਦੇ ਨੇ ਉਹ ਹੋਣ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਕਹਿੰਦੇ ਸਾਡੇ ਚਾਈਨਾ ਤੋਂ ਆ ਰਹੇ ਨੇ। ਤੇ ਜੇ ਚਾਈਨਾ ਤੋਂ ਇੰਪੋਰਟ ਹੋ ਰਹੇ ਨੇ ਉਹ, ਤੇ ਉਹ ਕਹਿੰਦੇ ਕਿਹੜੀ ਕਿਹੜੀ ਚੀਜ਼ ਨੂੰ ਤੁਸੀਂ ਬੰਦ ਕਰੋਗੇ? ਬਹੁਤ ਸਾਰੀਆਂ ਕਹਿੰਦੇ ਸਾਡੀ ਜਿਹੜੀਆਂ ਮੈਡੀਸਨ ਨੇ ਉਹਦੇ ਵਿੱਚ ਜਿਹੜਾ ਸਾਲਟ ਆ ਉਹਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਚਾਈਨਾ ਤੋਂ ਆ ਰਹੀਆਂ ਨੇ। ਇਸ ਕਰਕੇ ਜੇ ਆਪਾਂ ਪੂਰੇ ਤੌਰ ਦੇ ਉੱਤੇ ਕਹਿ ਦਈਏ ਕਿਸੇ ਕੰਟਰੀ ਤੋਂ ਪੂਰਾ ਆਪਾਂ ਰੋਕ ਸਕਦੇ ਹਾਂ ਕੰਮ, ਤੇ ਉਹ ਬੜੀ ਮੁਸ਼ਕਿਲ ਦੀ ਗੱਲ ਹੋਵੇਗੀ ਜਦ ਤੱਕ ਅਸੀਂ ਆਪਣੇ ਜਿਹੜੇ ਸਾਡੇ ਨੌਜਵਾਨ ਨੇ ਜਦ ਤਾਈਂ ਉਹ ਇਹ ਸੋਚ ਛੱਡਦੇ ਨੇ ਕਿ ਬਈ ਅਸੀਂ ਬਾਹਰ ਜਾ ਕੇ ਕੰਮ ਕਰਨਾ, ਇੱਥੇ ਨਹੀਂ ਕਰਨਾ। ਜੇ ਉਹ ਇੱਥੇ ਕੰਮ ਕਰਨਗੇ ਤਾਂ ਹੀ ਇਦਾਂ ਦੀਆਂ ਚੀਜ਼ਾਂ ਬਣਨਗੀਆਂ, ਸਸਤੀਆਂ ਚੀਜ਼ਾਂ ਬਣਨਗੀਆਂ ਕਿ ਅਸੀਂ ਮਾਰਕੀਟ ਦੇ ਵਿੱਚ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਨੂੰ ਕੰਪੇਅਰ ਕਰ ਸਕੀਏ। ਜੀ ਸਰ, ਜਿੱਥੇ ਅੱਜ ਦੇ ਦਿਨ ਅਸੀਂ ਜਿਹੜੀ ਸ਼ਹੀਦ ਬਾਬਾ ਜੀ ਦਾ ਸ਼ਹੀਦੀ ਗੁਰਪੁਰਬ ਹੈਗਾ ਹਨਾ, ਤੇ ਸਾਡੇ ਜਿਹੜੇ ਮਨ ਆ ਉਹ ਕਹ ਲੋ ਕਿ ਅਸੀਂ ਉਦਾਸ ਆ। ਇੱਕ ਹਿਸਾਬ ਦੇ ਨਾਲ ਅਸੀਂ ਇਹ ਕਹਿ ਸਕਦੇ ਕਿ ਅਸੀਂ ਮਨੋ ਮਨੀ ਉਦਾਸ ਆ ਜਦੋਂ ਅਸੀਂ ਉਹਨਾਂ ਦੀ ਕੁਰਬਾਨੀ ਬਾਰੇ ਜਾਂ ਫਿਰ ਉਹਨਾਂ ਦੇ ਇਤਿਹਾਸ ਬਾਰੇ ਜਦੋਂ ਜਾਣੂ ਹੁੰਨੇ ਆ। ਬੇਸ਼ੱਕ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਵੱਲੋਂ ਸਾਨੂੰ ਇਤਿਹਾਸ ਦੱਸਿਆ ਗਿਆ ਹੋਵੇ, ਜਾਂ ਫਿਰ ਅਸੀਂ ਕਿਤਾਬਾਂ 'ਚ ਪੜ੍ਹਦੇ ਆ, ਜਾਂ ਫਿਰ ਅਸੀਂ ਕਿਸੇ ਵੀਡੀਓ ਦੇ ਵਿੱਚ ਕੋਈ ਦੇਖਦੇ ਆ ਹਨਾ, ਤੇ ਸਾਡੇ ਅੰਦਰ ਜਿਹੜਾ ਕਹ ਲੋ ਕਿ ਇੱਕ ਰੋਸ ਜਿਹਾ ਪੈਦਾ ਹੋ ਜਾਂਦਾ ਹਨਾ। ਤੁਸੀਂ ਦੇਖੋ ਇਹ ਅੱਜ ਦੇ ਸਮੇਂ ਜਿੱਥੇ ਅਸੀਂ ਗੁਰੂ ਜੀ ਨੂੰ ਯਾਦ ਕਰ ਰਹੇ ਆ, ਉੱਥੇ ਹੀ ਯੂਕੇ ਦੇ ਵਿੱਚ ਤੁਹਾਨੂੰ ਪਤਾ ਜਿਹੜੀ ਕੱਲ ਡਰਬੀ ਦੇ ਵਿੱਚ ਘਟਨਾ ਵਾਪਰੀ ਆ, ਉਹ ਵੀ ਇੱਕ ਨਿੰਦਣਯੋਗ ਅਸੀਂ ਘਟਨਾ ਕਹਿ ਸਕਦੇ ਆ ਕਿ ਗੁਰਦੁਆਰਾ ਸਾਹਿਬ ਤੇ ਜਿਹੜੀ ਇੱਕ ਵਿਅਕਤੀ ਵੱਲੋਂ ਭੰਨ ਤੋੜ ਕੀਤੀ ਗਈ ਆ, ਤੇ ਨਾਲ ਦੀ ਨਾਲ ਕਹਿ ਲੋ ਕਿ ਇਦਾਂ ਨੁਕਸਾਨ ਕੀਤਾ ਗਿਆ ਸਿੱਖ ਧਰਮ ਦੇ ਹਿਰਦਿਆਂ ਨੂੰ ਵੀ ਜਿਹੜਾ ਕਹਿ ਲੋ ਕਿ ਵਲੂੰਦਰਿਆ ਗਿਆ, ਤੇ ਨਾਲੇ ਉਹਨੂੰ ਫੜ ਲਿਆ ਗਿਆ, ਉੱਥੇ ਫੜ ਵੀ ਲਿਆ ਗਿਆ। ਤੁਸੀਂ ਇਹ ਦੇਖੋ ਉਹ ਗੁਰਦੁਆਰਾ ਵੀ ਬਾਬਾ ਜੀ ਦੇ ਨਾਮ ਤੇ ਜਿਹੜਾ ਚੱਲ ਰਿਹਾ ਹੈ ਨਾ, ਤੇ ਤੁਸੀਂ ਇਹ ਦੇਖੋ ਵੀ ਉੱਥੇ ਜਦੋਂ ਮਤਲਬ ਇੰਨਾ ਪਤਾ ਆ ਕਿ ਉਹ ਗੁਰਦੁਆਰਾ ਸਾਹਿਬ ਹਮੇਸ਼ਾ ਹੀ, ਜਿੱਥੇ ਬਾਕੀ ਗੁਰਦੁਆਰਾ ਸਾਹਿਬ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਹੁੰਦੇ ਨੇ, ਗੁਰੂ ਘਰ ਦੇ ਦਰਵਾਜ਼ੇ ਖੁੱਲੇ ਹੁੰਦੇ ਨੇ, ਜਦੋਂ ਦਾ ਕਰੋਨਾ ਉੱਥੇ ਸ਼ੁਰੂ ਹੋਇਆ ਨਾ ਇੰਗਲੈਂਡ ਦੇ ਵਿੱਚ, ਗੁਰਦੁਆਰਾ ਸਾਹਿਬ ਤੋਂ 500 ਜਿਹੜੇ ਅਜਿਹੇ ਕਹਿ ਲੋ ਕਿ ਵਰਕਰ ਨੇ ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਬੇਸ਼ੱਕ ਉਹ ਪੁਲਿਸ ਪ੍ਰਸ਼ਾਸਨ ਹੋਣ, ਡਾਕਟਰ ਹੋਣ, ਉਹਨਾਂ ਦੇ ਲਈ ਜਿਹੜਾ ਖਾਣਾ ਬਣ ਕੇ ਉਹ ਜਾ ਰਿਹਾ ਸੀ। ਮਤਲਬ ਤੁਸੀਂ ਇਹ ਦੇਖੋ ਹੋਰ ਕਿੰਨੀ ਕੁ ਮਿਸਾਲ ਅਸੀਂ ਦੇ ਸਕਦੇ ਹਾਂ। ਉਹਦੇ ਵਿੱਚ ਮਨਪ੍ਰੀਤ ਵੀ ਆਈ ਨਹੀਂ, ਕੁਝ ਲੋਕ ਹੁੰਦੇ ਆ ਇਦਾਂ ਦੀ ਮਾੜੀ ਸੋਚਦੇ, ਜਦੋਂ ਕੋਈ ਅੱਗੇ ਹੋ ਕੇ ਸੇਵਾ ਕਰਦਾ ਆ ਤੇ ਉਹ ਆਪ ਕਰ ਨਹੀਂ ਸਕਦੇ ਹੁੰਦੇ, ਉਹ ਜੈਲਸ ਕਰਦੇ ਨੇ, ਜੈਲਸ ਫਰਸਟ੍ਰੇਸ਼ਨ ਦੇ ਵਿੱਚ ਕਈ ਵਾਰੀ ਕੋਈ ਇਦਾਂ ਦੀ ਘਟਨਾ ਜੇ ਵਾਪਰ ਜਾਂਦੀ ਆ ਜਾਂ ਇਦਾਂ ਦਾ ਕੋਈ ਸਟੈਪ ਲੈ ਜਾਂਦੇ ਨੇ ਜਿਹੜੇ ਕਿ ਬਾਕੀਆਂ ਨੂੰ ਜਿਹੜੀ ਸਾਡੀ ਕੌਮ ਆ ਜਿੱਦਾਂ ਉਹ ਤੋਂ ਹਟ ਕੀਤਾ ਮੈਂ ਕਹਿੰਦਾ ਜਿਹੜਾ ਚੰਗਾ ਕਿਸੇ ਹੋਰ ਕੌਮ ਦਾ ਹੋਏਗਾ ਉਹਨੂੰ ਵੀ ਜਿਹੜੀ ਆ ਇਹ ਨਿੰਦਣਯੋਗ ਗੱਲ ਜਿਹੜੀ ਆ। ਬਿਲਕੁਲ, ਕਿਉਂਕਿ ਲੰਗਰ ਚੱਲ ਰਹੇ ਨੇ ਸਿਰਫ ਤੇ ਸਿਰਫ ਸਿੱਖ ਕੌਮ ਲਈ ਨਹੀਂ ਚੱਲ ਰਹੇ, ਉਹ ਸਾਰਿਆਂ ਦੇ ਲਈ ਚੱਲ ਰਹੇ ਆ। ਬਾਬਾ ਜੀ ਨੇ ਸਾਨੂੰ ਸੁਨੇਹਾ ਦਿੱਤਾ ਕਿ ਸਾਰੇ ਧਰਮ ਇੱਕ ਬਰਾਬਰ ਨੇ। ਫਿਰ ਜੇਕਰ ਅਸੀਂ ਉਹਨਾਂ ਦੀਆਂ ਜਿਹੜੀਆਂ ਸਾਨੂੰ ਦਰਸਾਈਆਂ ਗਈਆਂ ਗੱਲਾਂ ਨੇ, ਦਰਸਾਏ ਗਏ ਮਾਰਗ ਨੇ, ਅਸੀਂ ਜੇਕਰ ਉਹਨਾਂ ਤੇ ਖਰਾ ਨਹੀਂ ਉਤਰਦੇ ਤਾਂ ਫਿਰ ਅਸੀਂ ਕਿੱਦਾਂ ਧਰਮ ਦੀ ਗੱਲ ਕਰ ਸਕਦੇ ਹਾਂ ਹਨਾ। ਤੇ ਸਰ ਸਮਾਂ ਵੀ ਜਿਹੜਾ ਹੋ ਗਿਆ ਪ੍ਰੋਗਰਾਮ ਦਾ, ਅਸੀਂ ਕਹ ਲਓ ਕਿ 1 ਘੰਟੇ ਦਾ ਸਫ਼ਰ ਤੈਅ ਕਰ ਚੁੱਕੇ ਹਾਂ, ਹੁਣ ਜਾਣ ਦਾ ਸਮਾਂ ਹੋ ਗਿਆ। ਤੇ ਜਾਂਦੇ ਜਾਂਦੇ ਜਿਹੜਾ ਕਿ ਭਾਰਤ ਦੀ ਰਿਪੋਰਟ ਕੋਵਿਡ-19 ਦੀ ਉਹਦੇ ਤੇ ਝਾਤੀ ਮਾਰਦੇ ਆ, ਤੇ ਜਿੱਥੇ ਅਸੀਂ ਕੱਲ ਗੱਲ ਕਰ ਰਹੇ ਸੀ ਕਿ ਅਸੀਂ 1,35,000 ਦੇ ਨੇੜੇ ਪਹੁੰਚ ਗਏ ਹਨਾ, ਤੇ ਉਹੀ ਜਿਹੜਾ ਅੱਜ ਦਾ ਅੰਕੜਾ ਹੈਗਾ 1,45,380 ਜਿਹੜੇ ਭਾਰਤ ਦੇ ਵਿੱਚ ਪੀੜਤ ਉਹ ਪਾਏ ਜਾ ਰਹੇ ਨੇ, ਤੇ ਨਾਲ ਦੀ ਨਾਲ 4167 ਮੌਤਾਂ ਹੋ ਚੁੱਕੀਆਂ ਨੇ, 60,000 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਨੇ, 80,000 ਜਿਹੜੇ ਕੇਸ ਆ ਉਹ ਸਰਗਰਮ ਚੱਲ ਰਹੇ ਨੇ, ਜਿਹੜੇ ਕਿ ਜਾਂ ਤਾਂ ਘਰਾਂ ਦੇ ਵਿੱਚ ਇਕਾਂਤਵਾਸ ਨੇ ਜਾਂ ਫਿਰ ਹਸਪੀਟਲਾਂ ਦੇ ਅੰਦਰ ਨੇ। ਤੁਸੀਂ ਦੇਖੋ ਕਿ 24 ਘੰਟਿਆਂ ਦੇ ਵਿੱਚ ਜਿੱਥੇ ਕੱਲ 6,000 ਦਾ ਅੰਕੜਾ ਸੀ ਨਾ, ਅੱਜ ਦਾ ਜਿਹੜਾ ਅੰਕੜਾ ਹੈਗਾ 6535 ਨਵੇਂ ਕੇਸ ਜਿਹੜੇ ਸਾਹਮਣੇ ਆਏ ਨੇ ਭਾਰਤ ਦੇ ਵਿੱਚ। ਤੇਜ਼ੀ ਨਾਲ ਅੰਕੜਾ ਜਿਹੜਾ ਵੱਧ ਰਿਹਾ, 146 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਤੇ ਉੱਥੇ ਜੇਕਰ ਅਸੀਂ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ 55,99,000 ਤੋਂ ਵੱਧ ਜਿਹੜੇ ਪੀੜਤ ਆ ਉਹ ਕਰੋਨਾ ਦੇ ਪਾਏ ਜਾ ਰਹੇ ਨੇ, ਤੇ 3,47,903 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ, 23,66,000 ਤੋਂ ਵਧੇਰੇ ਲੋਕ ਜਿਹੜੇ ਠੀਕ ਹੋ ਚੁੱਕੇ ਨੇ। ਤੇ ਜੇਕਰ ਅਸੀਂ ਗੱਲ ਕਰੀਏ ਅਮਰੀਕਾ ਦੀ, ਅਮਰੀਕਾ ਨੇ ਜਿਹੜਾ ਕਿ ਮੌਤਾਂ ਦਾ ਅੰਕੜਾ 1 ਲੱਖ ਤੋਂ ਪਾਰ ਕਰ ਲਿਆ, 1,71,000 ਜਿਹੜੀਆਂ ਉੱਥੇ ਅੱਜ ਦੀ ਜਿਹੜੀ ਰਿਪੋਰਟ ਹੈਗੀ ਮੌਤਾਂ ਹੋ ਚੁੱਕੀਆਂ ਨੇ। 17,06,226 ਜਿਹੜੇ ਪੀੜਤ ਲੋਕ ਨੇ ਉੱਥੇ ਹੁਣ। ਤੇ ਕਹਿੰਦੇ ਕਿ ਜੇਕਰ ਟੀਕਾ ਨਾ ਬਣਿਆ ਤਾਂ ਇਹ ਜਿਹੜਾ ਅੰਕੜਾ ਆ 50 ਤੋਂ 60 ਲੱਖ ਦਾ ਜਿਹੜਾ ਹੋ ਸਕਦਾ ਹੈ, ਪਹੁੰਚ ਸਕਦਾ। ਮਤਲਬ ਜਦ ਤੱਕ ਟੀਕਾ ਨਹੀਂ ਬਣਦਾ। ਤੇ ਪਰ ਇੰਡੀਆ ਦਾ ਵੀ ਤੁਸੀਂ ਇਹ ਦੇਖ ਲਓ ਕਿ
ਪਰ ਡੇ ਜਿਹੜੀ ਡੈਥ ਦੀ ਗਿਣਤੀ ਆ ਉਹਦੇ ਵਿੱਚ ਇੰਡੀਆ ਚੌਥੇ ਨੰਬਰ ਤੇ ਪਹੁੰਚ ਗਿਆ ਆ ਤੇ ਸਭ ਨਾਲੋਂ ਤੇਜ਼ ਜਿੱਥੇ ਕੇਸ ਆ ਰਹੇ ਨੇ ਉਹਨਾਂ ਵਿੱਚ ਵੀ ਇੰਡੀਆ ਜਿਹੜਾ ਆ ਉਹ ਚੌਥੇ ਨੰਬਰ ਦੇ ਉੱਤੇ ਆ ਪਹੁੰਚ ਗਿਆ। ਹਾਂ, ਚੌਥੇ ਨੰਬਰ ਤੇ ਪਹੁੰਚ ਗਿਆ ਆ। ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਬਹੁਤ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਉੱਥੇ ਉਹ ਵਾਧਾ ਪਿਆ ਆ ਜੀ। ਸੋ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ, ਬੇਸ਼ੱਕ ਉਹ ਕਿਸੇ ਕਾਲਰ ਨੇ ਸਾਡੇ ਤੱਕ ਜਾਣਕਾਰੀ ਪਹੁੰਚਾਈ ਹੈ, ਤੁਸੀਂ ਉਸ ਜਾਣਕਾਰੀ ਤੋਂ ਸੰਤੁਸ਼ਟ ਹੋ। ਸੋ ਇਸੇ ਤਰ੍ਹਾਂ ਪਿਆਰ ਕਰਦੇ ਰਹੋ, ਵੇਖਦੇ ਰਹੋ ਨਵਰੰਗ ਟੀਵੀ। ਹੁਣ ਤੱਕ ਦੇ ਲਈ ਦਿਓ ਇਜਾਜ਼ਤ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।